वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जुड़ चुके हो इस विशेष गुरमत क्लास ਦੇ ਵਿੱਚ, ਜਿਸ ਵਿੱਚ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਭਗਤ ਭੱਟ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਦਰਜ ਹੈ, ਉਹਨਾਂ ਪੁਰਖਾਂ ਦੇ ਜੀਵਨ ਦੇ ਬਾਰੇ ਅਤੇ ਉਹਨਾਂ ਦੀ ਕਿੰਨੀ ਕਿੰਨੀ ਬਾਣੀ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਹੈ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ। ਤੇ ਆਪਾਂ ਗੁਰੂ ਸਾਹਿਬਾਨਾਂ ਦਾ ਜਿਹੜਾ ਜੀਵਨ ਹੈ ਉਹ ਵਿਚਾਰ ਚੁੱਕੇ ਹਾਂ। ਤੇ ਕੱਲ ਆਪਾਂ ਭਗਤ ਕਬੀਰ ਅਤੇ ਭਗਤ ਨਾਮਦੇਵ ਉਹਨਾਂ ਦੀ ਬਾਣੀ ਅਤੇ ਜੀਵਨ ਦੇ ਬਾਰੇ ਆਪਾਂ ਚਰਚਾ ਜਿਹੜੀ ਆ ਉਹ ਕਰ ਚੁੱਕੇ ਹਾਂ। ਤੇ ਅੱਜ ਆਪਾਂ ਜਿਹੜੀ ਵਿਚਾਰ ਹੈ ਉਹ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਕਰਨੀ ਹੈ ਕਿ ਭਗਤ ਰਵਿਦਾਸ ਜੀ ਦਾ ਜੀਵਨ ਕੈਸਾ ਸੀ, ਕਿੰਨੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਉਹਨਾਂ ਦੀ, ਉਹਦੇ ਬਾਰੇ ਆਪਾਂ ਵਿਚਾਰ ਚਰਚਾ ਜਿਹੜੀ ਹੈ ਉਹ ਕਰਨੀ ਹੈ। ਸੋ ਪਹਿਲਾਂ ਉਹਨਾਂ ਦੇ ਮੁੱਢਲੀ ਜਾਣਕਾਰੀ ਉਹਨਾਂ ਦੇ ਜੀਵਨ ਦੀ ਆਪਾਂ ਕਰਕੇ ਅੱਗੇ ਚੱਲਣਾ ਹੈ। ਭਗਤ ਰਵਿਦਾਸ ਜੀ ਦਾ ਜੋ ਜਨਮ ਹੈ ਉਹ 1376 ਈਸਵੀ ਨੂੰ ਮੰਨਿਆ ਜਾਂਦਾ ਹੈ। ਭਗਤ ਰਵਿਦਾਸ ਜੀ ਦਾ ਮਾਤਾ ਦਾ ਨਾਮ ਜਿਹੜਾ ਸੀ ਉਹ ਕਰਮਾ ਦੇਵੀ, ਉਹ ਜਗ੍ਹਾ ਦੇ ਤੇ ਤੁਰਨ ਬਿੰਦੀਆ ਵੀ ਲਿਖਿਆ ਹੈ। ਤੇ ਪਿਤਾ ਦਾ ਨਾਮ ਇਹਨਾਂ ਦੇ ਰਘੂ ਸੀ, ਉਰਫ ਮਾਨਦਾਸ ਕਰਕੇ ਜਾਣੇ ਜਾਂਦੇ ਸਨ, ਰਘੂ। ਤੇ ਇਹਨਾਂ ਨੇ ਜੋ ਆਪਣਾ ਗੁਰੂ ਧਾਰਨ ਕੀਤਾ ਹੈ ਉਹ ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਜਿਹੜਾ ਹੈ ਉਹ ਧਾਰਨ ਕੀਤਾ। ਰਾਮਾਨੰਦ ਜੀ ਪਾਸੋਂ ਇਹਨਾਂ ਨੇ ਜਿਹੜੀ ਹੈ ਜੋ ਸਿੱਖਿਆ ਹੈ ਹਾਸਲ ਕੀਤੀ ਹੈ ਅਧਿਆਤਮਿਕ ਵਿਚਾਰਾਂ ਦੀ, ਉਹ ਰਾਮਾਨੰਦ ਜੀ ਪਾਸੋਂ ਹਾਸਲ ਕੀਤੀ ਹੈ। ਤੇ ਕਾਂਚੀ ਵਿਖੇ ਹੀ ਇਹ ਰਹੇ ਆ ਸਾਰੀ, ਇੱਥੇ ਹੀ ਇਹਨਾਂ ਦਾ ਜਨਮ ਹੋਇਆ, ਕਾਂਸੀ ਹੀ, ਤੇ ਇੱਥੇ ਹੀ ਰਹੇ ਨੇ ਤੇ ਇੱਥੇ ਹੀ ਇਹਨਾਂ ਦਾ ਦੇਹਾਂਤ ਹੋਇਆ। ਪਰਲੋਕ ਗਮਨ ਵੀ ਇੱਥੇ ਹੀ ਹੋਇਆ ਤੇ 1529 ਈਸਵੀ ਦੇ ਵਿੱਚ ਇਹਨਾਂ ਦਾ ਦੇਹਾਂਤ ਹੁੰਦਾ ਹੈ ਭਗਤ ਰਵਿਦਾਸ ਜੀ ਦਾ। ਤੇ ਇਹਨਾਂ ਨੇ ਕੁੱਲ ਜਿਹੜੀ ਉਮਰ ਹੈ ਉਹ 152 ਸਾਲ ਜਿਹੜੀ ਹੈ ਭੋਗੀ ਹੈ, 152 ਸਾਲ। ਤੇ ਇਹਨਾਂ ਦਾ ਕੀ ਵਿਸਤਾਰ ਹੈ, ਕੈਸਾ ਜੀਵਨ ਹੈ, ਉਹਦੇ ਬਾਰੇ ਆਪਾਂ ਥੋੜੀ ਜਿਹੀ ਵਿਚਾਰ ਕਰਕੇ ਚੱਲ ਜਾਂਦੇ ਹਾਂ, ਅੱਗੇ ਚੱਲਦੇ ਹਾਂ ਸਾਧ ਸੰਗਤ। ਸੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਦੀ ਬਾਣੀ ਦੇ 40 ਸ਼ਬਦ ਦਰਜ ਹਨ। ਸਾਧ ਸੰਗਤ, ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਨੀਚ ਜਾਤ ਹੋਣ ਦਾ ਕਰਕੇ ਕਾਫੀ ਅਪਮਾਨ ਵੀ ਸਹਿਣਾ ਪਿਆ। ਕਾਂਚੀ ਦੇ ਵਿੱਚ ਪੰਡਤਾਂ ਦਾ ਗੜ੍ਹ ਹੈ, ਬਹੁਤ ਵੱਡੇ ਵੱਡੇ ਪੰਡਤ ਇਸ ਜਗ੍ਹਾ ਦੇ ਉੱਤੇ ਜਿਹੜੇ ਆ ਵਿਦਿਆ ਹਾਸਲ ਕਰਦੇ ਆ, ਪੜ੍ਹਦੇ ਆ, ਸੰਸਕ੍ਰਿਤ ਦੇ ਗ੍ਰੰਥਾਂ ਦਾ ਅਧਿਐਨ ਕਰਦੇ ਆ। ਤੇ ਪਰ ਪਰਮੇਸ਼ਰ ਦੇ ਨਾਮ ਦੀ ਐਸੀ ਚੇਟਕ ਇਸ ਬਨਾਰਸ ਦੀ ਧਰਤੀ ਤੇ, ਇਸ ਕਾਂਚੀ ਦੀ ਧਰਤੀ ਤੇ, ਇਸ ਚਮਿਆਰ ਜਾਤ ਦੇ ਭਗਤ ਰਵਿਦਾਸ ਨੂੰ ਲੱਗੀ ਹੈ ਕਿ ਗੁਰੂ ਅਰਜਨ ਦੇਵ ਜੀ ਨੇ, ਮਹਾਰਾਜ ਨੇ ਕਿਹਾ ਹੈ ਕਿ ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਜਦੋਂ ਪਰਮੇਸ਼ਰ ਨੂੰ ਇਹਨਾਂ ਨੇ ਸਿਮਰਿਆ ਤੇ ਪਰਮੇਸ਼ਰ ਨੇ, ਅਕਾਲ ਪੁਰਖ ਨੇ ਇਹਨਾਂ ਦੇ ਜੀਵਨ ਨੂੰ ਇੰਨਾ ਉੱਚਾ ਚੁੱਕ ਦਿੱਤਾ ਕਿ ਇਹਨਾਂ ਦੇ ਅੱਗੇ ਜਿਹੜੇ ਵਿਪਰ ਸਨ, ਜਿਹੜੇ ਪੰਡਿਤ ਸਨ, ਉਹ ਵੀ ਝੁਕ ਗਏ। ਐਸਾ ਇਹਨਾਂ ਦਾ ਜੀਵਨ ਹੈ ਜਦੋਂ ਪਰਮੇਸ਼ਰ ਨੇ ਐਸੀ ਇਹਨਾਂ ਦੇ ਉੱਤੇ ਕਿਰਪਾ ਕੀਤੀ। ਸੋ ਸਾਧ ਸੰਗਤ, ਇੱਥੇ ਹੀ ਇਹਨਾਂ ਨੇ ਆਪਣਾ ਸਮੁੱਚਾ ਜੀਵਨ ਜਿਹੜਾ ਹੈ ਉਹ ਗੁਜ਼ਾਰਿਆ ਹੈ। ਤੇ ਇੱਥੇ ਇਹਨਾਂ ਦੀ ਬੜੀ ਵਿਰੋਧਤਾ ਵੀ ਹੋਈ ਆ। ਬਹੁਤ ਪੰਡਿਤ ਲੋਕ ਕਹਿੰਦੇ ਆ ਕਿ ਤੁਸੀਂ ਛੋਟੀ ਜਾਤ ਵਾਲੇ ਪਰਮੇਸ਼ਰ ਨੂੰ ਨਹੀਂ ਸਿਮਰ ਸਕਦੇ, ਪਰ ਭਗਤ ਰਵਿਦਾਸ ਨੇ ਉਹਨਾਂ ਗੱਲਾਂ ਨੂੰ ਪਿੱਛੇ ਛੱਡ ਕੇ ਪਰਮੇਸ਼ਰ ਨੂੰ ਸਿਮਰਿਆ ਹੈ। ਚਿਤੌੜਗੜ੍ਹ ਦਾ ਰਾਜਾ ਹੋਇਆ ਰਾਣਾ ਸਾਂਗਾ, ਉਹਦੀ ਪਤਨੀ ਤੀਰਥਾਂ ਤੇ ਜਾਣ ਲੱਗੀ ਭਗਤ ਰਵਿਦਾਸ ਜੀ ਦੇ ਚਰਨਾਂ 'ਚ ਆਈ ਹੈ। ਜਦੋਂ ਪਤਾ ਲੱਗਾ ਹੈ ਕਿ ਭਗਤ ਰਵਿਦਾਸ ਜਿਹੜੇ ਹਨ ਉਹ ਬਹੁਤ ਹੀ ਪਹੁੰਚੇ ਹੋਏ ਮਹਾਂਪੁਰਖ ਹਨ, ਤੇ ਭਗਤ ਰਵਿਦਾਸ ਜੀ ਦੇ ਕੋਲ ਆਣ ਕੇ ਇਹਨੇ ਜਿਹੜੀ ਰਾਣੀ ਹੈ ਚਿਤੌੜਗੜ੍ਹ ਦੀ, ਇਹਨੇ ਆਣ ਕੇ ਸੇਵਾ ਕੀਤੀ ਹੈ, ਆਣ ਕੇ ਚਰਨੀ ਹੱਥ ਲਾਏ ਆ
ਤੇ ਇਹਨੂੰ ਸਿੱਖਿਆ ਜਿਹੜੀ ਹੈ ਭਗਤ ਰਵਿਦਾਸ ਜੀ ਨੇ ਦਿੱਤੀ ਹੈ। ਤੇ ਭਗਤ ਰਵਿਦਾਸ ਜੀ ਨੇ ਜਦੋਂ ਆਪਣੇ ਜੀਵਨ ਦੇ ਬਾਰੇ ਗੱਲ ਕਹੀ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ ਇਹਨਾਂ ਨੇ ਕਿਹਾ, ਰਵਿਦਾਸ ਢੁਅੰਤਾ ਢੋਰ ਨਿਤ ਜਿਨ ਤਿਆਗੀ ਮਾਇਆ। ਜਿਹੜਾ ਰਵਿਦਾਸ ਜਿਹੜਾ ਸੀ, ਇਹਨਾਂ ਦਾ ਕੰਮ ਕੀ ਸੀ? ਮਰੇ ਹੋਏ ਪਸ਼ੂ ਢੋਣਾ ਤੇ ਚਮੜੇ ਦਾ ਕੰਮ ਕਰਨਾ, ਉਹਦੀਆਂ ਜੁੱਤੀਆਂ ਕੱਢਣੀਆਂ, ਇਹੋ ਕਾਰਜ ਇਹਨਾਂ ਦਾ ਹੋਇਆ ਕਰਦਾ ਸੀ। ਇਹਨਾਂ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਹਨਾਂ ਨੇ ਭਗਤ ਰਵਿਦਾਸ ਜੀ ਨੇ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ, ਉਸ ਬਾਣੀ ਦੇ ਵਿੱਚ ਭਗਤ ਰਵਿਦਾਸ ਜੀ ਨੇ ਖੁੱਲ੍ਹੇ ਤੌਰ ਦੇ ਉੱਤੇ ਗੱਲ ਕਹੀ ਕਿ ਹਾਂ, ਮੈਂ ਰਵਿਦਾਸ ਹਾਂ, ਮੈਂ ਛੋਟੀ ਜਾਤ ਦਾ ਹਾਂ ਤੇ ਨਾਗਰ ਜਨਾ ਮੇਰੀ ਜਾਤ ਵਿਖਿਆਸ ਚ ਮਾਰਨ। ਇਹਨਾਂ ਨੇ ਆਪ ਇਹ ਗੱਲ ਕਹੀ ਹੈ। ਇਹਨਾਂ ਨੇ ਕਿਹਾ, ਪਰਮੇਸ਼ਰ ਦੀ ਭਗਤੀ ਸਿਰਫ ਜਾਤ ਪਾਤ ਨੂੰ ਨਹੀਂ ਦੇਖਦੀ। ਪਰਮੇਸ਼ਰ ਦੇ ਭਗਤ ਜਿਹੜੇ ਆ, ਉਹ ਜਾਤ ਪਾਤ ਦੇ ਨਾਲ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ। ਇੱਥੋਂ ਤੱਕ ਜਦੋਂ ਚਿਤੌੜਗੜ੍ਹ ਦੀ ਇਹ ਰਾਣੀ, ਰਾਣਾ ਸਾਂਝਾ ਦੀ ਪਤਨੀ, ਇਹਨਾਂ ਦੀ ਭਗਤ ਬਣੀ ਆ, ਫਿਰ ਉਸ ਤੋਂ ਬਾਅਦ ਜਿਹੜੇ ਤੇ ਵਿਰੋਧਤਾ ਕਰਨ ਵਾਲੇ ਹੰਕਾਰੀ ਸਨ ਉਹਨਾਂ ਤੇ ਕੀਤੀ। ਪਰ ਕਹਿੰਦੇ ਕਿ ਜਿਹੜੇ ਉਸ ਸਮੇਂ ਦੇ ਸਿਆਣੇ ਵਿਪਰ ਸਨ, ਉਹ ਵੀ ਭਗਤ ਰਵਿਦਾਸ ਜੀ ਨੂੰ ਨਮਸਕਾਰਾਂ ਕਰਨ ਲੱਗ ਪਏ ਸੀ। ਇਹਨਾਂ ਨੇ ਆਪ ਲਿਖਿਆ ਹੈ, ਅਬ ਵਿਪਰ ਪ੍ਰਧਾਨ ਤੇ ਕਰੇ ਡੰਡਾਉਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਕਿ ਮਹਾਰਾਜ ਪਰਮੇਸ਼ਰ ਜੀ, ਮੈਂ ਤੇ ਤੁਹਾਡਾ ਨਾਮ ਹੀ ਜਪਿਆ ਤੇ ਵੱਡੇ ਵੱਡੇ ਆਣ ਕੇ ਜਿਹੜੇ ਆ ਪੰਡਿਤ ਲੋਕ ਵੀ ਮੈਨੂੰ ਨਮਸਕਾਰਾਂ ਕਰਨ ਲੱਗ ਪਏ। ਐਸੀ ਕਿਰਪਾ ਇਹਨਾਂ ਦੇ ਉੱਤੇ ਪਰਮੇਸ਼ਰ ਨੇ ਕੀਤੀ ਹੈ। 16 ਰਾਗਾਂ ਦੇ ਵਿੱਚ 40 ਸ਼ਬਦ ਜਿਹੜੇ ਨੇ, ਉਹਨਾਂ ਦੇ ਵਿੱਚ ਇਹਨਾਂ ਨੇ ਸਮੁੱਚੀ ਪਰਮੇਸ਼ਰ ਦੇ ਨਾਲ ਪ੍ਰੀਤ ਦੀ ਭਗਤੀ ਦ੍ਰਿੜ ਕਰਵਾਈ ਹੈ। ਇੱਕ ਨਿਰਗੁਣ ਭਗਤੀ ਦੀ ਜਿਹੜੀ ਉਪਾਸਨਾ, ਉਹਦੇ ਬਾਰੇ ਇਹਨਾਂ ਨੇ ਰਮਜ਼ਾਂ ਦਿੱਤੀਆਂ ਹਨ। ਉਹਦੇ ਬਾਰੇ ਹੀ ਗੱਲ ਆਪਣੀ ਸਮੁੱਚੀ ਬਾਣੀ ਦੇ ਵਿੱਚ ਕਹੀ ਹੈ। ਸਾਰੀ ਬਾਣੀ ਦੇ ਵਿੱਚ ਪਰਮੇਸ਼ਰ ਦੀ ਭਗਤੀ ਦਾ ਜਿਹੜਾ ਢੰਡੋਰਾ ਪੁੱਟਿਆ ਹੈ, ਭਾਵ ਪਰਮੇਸ਼ਰ ਨੂੰ ਯਾਦ ਕਰਨ ਬਾਰੇ ਸਾਰਿਆਂ ਨੂੰ ਕਿਹਾ ਹੈ ਕਿ ਭਾਈ ਤੁਸੀਂ ਵੀ ਉਸ ਇੱਕ ਅਕਾਲ ਪੁਰਖ ਨੂੰ ਸਿਮਰੋ, ਉਸ ਪਰਮੇਸ਼ਰ ਨੂੰ ਸਿਮਰੋ। ਬੜੀਆਂ ਸਾਖੀਆਂ ਭਗਤ ਰਵਿਦਾਸ ਜੀ ਨਾਲ ਸੰਬੰਧ ਰੱਖਦੀਆਂ ਕਿ ਇੱਕ ਵਾਰੀ ਕੋਈ ਪੰਡਿਤ ਆਇਆ, ਜੁੱਤੀ ਕਢਾ ਕੇ ਚੱਲਿਆ ਤੇ ਇਹਨਾਂ ਨੇ ਪੁੱਛਿਆ, ਭਾਈ ਕਿੱਧਰ ਜਾ ਰਿਹਾ? ਉਹਨੇ ਕਿਹਾ, ਜੀ ਮੈਂ ਗੰਗਾ ਤੇ ਇਸ਼ਨਾਨ ਕਰਨ ਜਾ ਰਿਹਾ। ਤੇ ਭਗਤ ਜੀ ਨੇ ਕਿਹਾ ਹੈ, ਭਗਤ ਰਵਿਦਾਸ ਜੀ ਨੇ ਕਿ ਭਾਈ ਇੰਝ ਕਰੀ, ਜੇ ਤੂੰ ਗੰਗਾ ਤੇ ਚੱਲਿਆ, ਇਹਦੇ ਘਰ ਆ ਪੈਸੇ ਲੈ ਜਾ ਤੇ ਗੰਗਾ ਜੀ ਨੂੰ ਅਰਪਣ ਕਰੀ। ਪਰ ਅਰਪਣ ਉਦੋਂ ਕਰਨੇ ਹੀ ਜਦੋਂ ਗੰਗਾ ਤੇਰੇ ਕੋਲ ਆਪ ਮੰਗੇ। ਤੇ ਉਹਨੇ ਪੈਸੇ ਲੈ ਤੇ ਗੰਗਾ ਤੇ ਗਿਆ ਤੇ ਇਸ਼ਨਾਨ ਕੀਤਾ ਤੇ ਉਹ ਜਿਹੜੇ ਪੈਸੇ ਗੰਗਾ ਦੇ ਦੇਣੇ ਭੁੱਲ ਗਿਆ। ਤੇ ਉਸ ਸਮੇਂ ਫਿਰ ਵਾਹਿਗੁਰੂ ਵਾਹਿਗੁਰੂ ਤੇ ਉਹ ਪੰਡਿਤ ਨੇ ਜਦੋਂ ਜਾ ਕੇ ਉਸ ਜਗ੍ਹਾ ਦੇ ਉੱਤੇ ਇਸ਼ਨਾਨ ਕੀਤਾ, ਪੈਸੇ ਦੇਣੇ ਭੁੱਲ ਗਿਆ। ਤੇ ਕਹਿੰਦੇ ਕਿ ਗੰਗਾ ਨੇ ਆਪਣੀ ਬਾਂਹ ਬਾਹਰ ਕੱਢ ਕੇ ਕਿਹਾ ਸੀ ਕਿ ਲਿਆ ਤੂੰ ਜਿਹੜੇ ਪੈਸੇ ਆ ਮੇਰੇ ਭਗਤ ਨੇ ਭੇਜੇ, ਉਹ ਮੈਨੂੰ ਦੇ। ਫਿਰ ਉਹ ਪੈਸੇ ਦਿੱਤੇ ਤੇ ਗੰਗਾ ਨੇ ਇੱਕ ਕੰਗਣ ਜਿਹੜਾ ਭੇਟ ਕੀਤਾ। ਇਹ ਜਿਹੜਾ ਪੰਡਿਤ ਸੀ, ਇਹਦੇ ਮਨ 'ਚ ਹੰਕਾਰ ਆ ਗਿਆ, ਲੋਭ ਆ ਗਿਆ। ਲੋਭ ਦੇ ਵਾਸਤੇ ਨੇ ਕੰਗਣ ਰੱਖ ਲਿਆ ਤੇ ਇਹ ਕੰਗਣ ਇਹਨੇ ਲਿਆ ਕੇ ਤੇ ਰਾਜੇ ਨੂੰ ਭੇਟ ਕੀਤਾ। ਰਾਜੇ ਦੀ ਰਾਣੀ ਨੂੰ ਬੜਾ ਪਸੰਦ ਆਇਆ। ਉਹਨੇ ਫਿਰ ਦੂਸਰਾ ਕੰਗਣ ਮੰਗਣ ਲਈ ਕਿਹਾ ਕਿ ਦੂਸਰਾ ਵੀ ਕੰਗਣ ਦਿਓ, ਮੈਨੂੰ ਇੱਕ ਹੋਰ ਕੰਗਣ ਚਾਹੀਦਾ। ਤੇ ਜਦੋਂ ਦੂਸਰਾ ਕੰਗਣ ਨਾ ਮਿਲਿਆ ਤੇ ਉਹ ਫਿਰ ਪੰਡਿਤ ਨੂੰ ਬੁਲਾਇਆ ਗਿਆ। ਪੰਡਿਤ ਨੇ ਕਿਹਾ ਕਿ ਇਹ ਤੇ ਭਗਤ ਰਵਿਦਾਸ ਹੀ ਦੇ ਸਕਦੇ ਦੂਸਰਾ ਕੰਗਣ। ਫਿਰ ਭਗਤ ਰਵਿਦਾਸ ਜੀ ਦੇ ਕੋਲ ਆਏ ਆ ਰਾਜਾ, ਤੇ ਇਹਨੇ ਆਣ ਕੇ ਕਿਹਾ, ਜੀ ਇੱਦਾਂ ਮੈਨੂੰ ਕੰਗਣ ਚਾਹੀਦਾ ਹੈ। ਫਿਰ ਮਹਾਰਾਜ ਨੇ ਇਹਨਾਂ ਭਗਤ ਰਵਿਦਾਸ ਜੀ ਨੇ ਉਹ ਕੰਗਣ ਜਿਹੜਾ ਹੈ ਸਾਹਮਣੇ ਪੇਸ਼ ਕਰ ਦਿੱਤਾ। ਇਸ ਤਰ੍ਹਾਂ ਦੀ ਹੋਰ ਵੀ ਕਈ ਸਾਖੀਆਂ ਇਹਨਾਂ ਦੀਆਂ ਪ੍ਰਚਲਿਤ ਹਨ, ਜਿਨ੍ਹਾਂ ਦੇ ਵਿੱਚ ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਪ੍ਰਤੱਖ ਨਜ਼ਰ ਆਉਂਦੀ ਆ ਇਹਨਾਂ ਦੀਆਂ ਸਾਖੀਆਂ ਦੇ ਵਿੱਚੋਂ ਕਿ ਭਗਤ ਰਵਿਦਾਸ ਜੀ ਦਾ ਜੀਵਨ ਜਿਹੜਾ ਬਹੁਤ ਸਾਦਾ। ਕਿਤੇ ਵੀ ਭਗਤ ਰਵਿਦਾਸ ਜੀ ਨੇ ਆਪਣੇ ਜੀਵਨ ਦੇ ਵਿੱਚ ਕਦੇ ਵੀ ਭਗਤ ਰਵਿਦਾਸ ਜੀ ਨੇ ਜਿਹੜਾ ਹੈ ਉਹ ਮਾਇਆ ਇਕੱਠੀ ਕਰਨ ਬਾਰੇ ਨਹੀਂ ਸੋਚਿਆ। ਜੁੱਤੀਆਂ ਗੰਢ ਕੇ ਜੀਵਨ ਗੁਜ਼ਾਰਿਆ। ਤੇ ਇਹਨਾਂ ਦੇ ਇੱਥੇ ਭਗਤੀ ਹੁੰਦੀ ਹੈ, ਪਰਮੇਸ਼ਰ ਦੀ ਨਾਮ ਸਿਮਰਨ ਹੁੰਦਾ ਹੈ ਤੇ ਸੰਗਤ ਇਕੱਠੀ ਹੁੰਦੀ ਹੈ। ਪਰ ਕਦੀ ਵੀ ਇਹਨਾਂ ਨੇ ਆਪਣੇ ਜੀਵਨ 'ਚ ਵੱਧ ਮਾਇਆ ਇਕੱਠੀ ਕਰਦਾ ਸੋਚਿਆ ਨਹੀਂ ਹੈ। ਐਸਾ ਇਹਨਾਂ ਦੇ ਜੀਵਨ ਦੀਆਂ ਜਿੰਨੀਆਂ ਵੀ ਸਾਖੀਆਂ ਇਹਨਾਂ ਦੇ ਜੀਵਨ ਦੀਆਂ ਪ੍ਰਚਲਿਤ ਹਨ, ਉਹਨਾਂ ਦੇ ਵਿੱਚ ਇਹ ਗੱਲ ਸਭ ਤੋਂ ਵੱਧ ਸਾਹਮਣੇ ਆਉਂਦੀ ਹੈ। ਫਿਰ ਭਗਤ ਕਬੀਰ ਜੀ ਨੇ ਇਹਨਾਂ ਦੇ ਬਾਰੇ ਇੱਕ ਸਲੋਕ ਦਰਜ ਕੀਤਾ ਹੈ। 2 ਸਲੋਕ ਹਨ ਭਗਤ ਕਬੀਰ ਜੀ ਦੇ ਸਲੋਕਾਂ ਵਿੱਚ। ਉਹ ਹੈ,
212 ਨੰਬਰ ਤੇ 213 ਨੰਬਰ ਸਲੋਕ, ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਭਗਤ ਰਵਿਦਾਸ ਜੀ ਦੇ ਬਾਰੇ ਭਗਤ ਕਬੀਰ ਜੀ ਨੇ ਗੱਲ ਦੱਸੀ ਹੈ ਕਿ ਭਗਤ ਕਬੀਰ ਵਾਹਿਗੁਰੂ ਵਾਹਿਗੁਰੂ ਭਗਤ ਰਵਿਦਾਸ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਹੈ ਤੇ ਇੱਥੇ ਹੀ ਇਹਨਾਂ ਨੇ ਭਗਤ ਰਵਿਦਾਸ ਜੀ ਨੇ ਜਿਹੜਾ ਹੈ ਇੱਥੇ ਉਪਦੇਸ਼ ਦਿੱਤਾ ਹੈ ਆਪਣੀ ਸਮੁੱਚੀ ਜੀਵਨ ਦੇ ਵਿੱਚੋਂ, ਤੇ ਭਗਤ ਕਬੀਰ ਜੀ ਨੇ ਗੱਲ ਲਿਖੀ ਹੈ ਜੋ 12 ਨੰਬਰ 212 ਤੇ 13 ਨੰਬਰ ਸਲੋਕ ਦੇ ਵਿੱਚ ਇਹ ਭਗਤ ਰਵਿਦਾਸ ਤੇ ਭਗਤ ਤ੍ਰਿਲੋਚਨ ਦੀ ਦੋਵਾਂ ਦੀ ਗੱਲਬਾਤ ਕਹੀ ਹੈ ਕਿ ਨਾਮਾ ਮਾਇਆ ਮੋਇਆ ਕਹੇ ਤ੍ਰਿਲੋਚਨ ਮੀਤ ਕਾਹੇ ਛੀਪੇ ਛਾਇਲੈ ਨਾ ਰਾਮ ਨਾ ਲਾਭੋ ਚੀਤ, ਕਿ ਹੇ ਛੀਪੇ ਯਾਦ ਦੇ ਨਾਮੇ ਤੂੰ ਕਿਉਂ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਤੇ ਫਿਰ ਉਸ ਤੋਂ ਬਾਅਦ ਭਗਤ ਨਾਮਦੇਵ ਜੀ ਕਹਿੰਦੇ ਆ ਹਾਥ ਪਾਵ ਕਰ ਕਾਮ ਸਭ ਚੀਤ ਨਰੰਜਨ ਰਾਲ, ਕਿ ਮੇਰੀ ਜਿਹੜੀ ਚਿੱਤ ਆ, ਮੇਰਾ ਜਿਹੜਾ ਮਨ ਹੈ ਉਹ ਪਰਮੇਸ਼ਰ ਹਰੀ ਦੇ ਨਾਲ ਜੁੜਿਆ ਹੋਇਆ ਹੈ, ਉਸ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ, ਮੈਨੂੰ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਕਾਰਜ ਕਰਨ ਦੀ ਜਿਹੜੀ ਹੈ ਉਹ ਲੋੜ ਨਹੀਂ ਹੈ। ਇਸ ਤਰ੍ਹਾਂ ਇੱਕ ਜਗ੍ਹਾ ਹੋਰ ਅਖੀਰ ਦੇ ਉੱਤੇ ਵੀ 242 ਨੰਬਰ ਜਿਹੜਾ ਸਲੋਕ ਹੈ ਉੱਥੇ ਵੀ ਭਗਤ ਕਬੀਰ ਜੀ ਨੇ ਗੱਲ ਦਰਜ ਕੀਤੀ ਹੈ ਸਮਾਪਤੀ ਵੇਲੇ ਕਿ ਹਾਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਜੋ ਭਗਤ ਰਵਿਦਾਸ ਜੀ ਦੀ ਜੋ ਫਿਲਾਸਫੀ ਹੈ ਉਹ ਭਗਤ ਕਬੀਰ ਜੀ ਨੇ ਸ਼ੋਅ ਕੀਤੀ ਹੈ। ਵਾਹਿਗੁਰੂ। 1 ਮਿੰਟ ਸਾਹ ਸੰਗਤ। ਹਾਂਜੀ ਵਾਹਿਗੁਰੂ ਜੀ। ਸਾਧ ਸੰਗਤ, ਹਾਂਜੀ ਤੁਹਾਡੀ ਸਕਰੀਨ ਦੀ ਪ੍ਰੋਬਲਮ ਸੀ ਤੇ ਤਾਂ ਕਰਕੇ ਥੋੜਾ ਜਿਹਾ ਕਰਨਾ ਪੈ ਗਿਆ। ਸੋ ਸਾਧ ਸੰਗਤ, ਭਗਤ ਰਵਿਦਾਸ ਜੀ ਨੇ ਭਗਤ ਕਬੀਰ ਜੀ ਨੇ ਗੱਲ ਲਿਖੀ ਹੈ ਭਗਤ ਰਵਿਦਾਸ ਜੀ ਦੇ ਬਾਰੇ ਕਿ ਉਹਨਾਂ ਦਾ ਜੀਵਨ ਕੈਸਾ ਹੈ, ਤੇ ਉਹਦੇ ਬਾਰੇ ਆਪਾਂ ਨੂੰ ਇਹ ਗੱਲ ਮਿਲਦੀ ਹੈ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਖੈ ਰਵਿਦਾਸ। ਕਬੀਰ ਜੀ ਦਾ ਸ਼ਲੋਕ ਹੈ, ਪਰ ਉਹਨਾਂ ਨੇ ਗੱਲ ਜਿਹੜੀ ਹੈ ਉਹ ਭਗਤ ਰਵਿਦਾਸ ਜੀ ਦੀ ਕੀਤੀ ਹੈ ਕਿ ਭਗਤ ਰਵਿਦਾਸ ਜੀ ਗੱਲ ਕਹਿੰਦੇ ਆ ਕਿ ਉਹ ਮਨੁੱਖ ਦੋਜਗ ਦੇ ਵਿੱਚ ਭਾਵ ਨਰਕਾਂ ਨੂੰ ਜਾਣਗੇ ਜਿਹੜੇ ਪਰਮੇਸ਼ਰ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਪਿੱਛੇ ਭੱਜੇ ਫਿਰਦੇ ਆ। ਸੋ ਇੱਥੋਂ ਆਪਾਂ ਭਗਤ ਰਵਿਦਾਸ ਜੀ ਦੇ ਜੀਵਨ ਦੇ ਬਾਰੇ ਆਪਾਂ ਗੱਲਬਾਤ ਕਹਿ ਸਕਦੇ ਹਾਂ ਕਿ ਉਹਨਾਂ ਦਾ ਜੀਵਨ ਕਿੰਨਾ ਸਾਦਾ ਸੀ, ਕਿੰਨਾ ਚੜ੍ਹਦੀ ਕਲਾ ਵਾਲਾ ਤੇ ਚੰਗਾ ਜੀਵਨ ਸੀ ਭਗਤ ਰਵਿਦਾਸ ਜੀ ਦਾ। ਭਗਤ ਰਵਿਦਾਸ ਜੀ ਦੇ ਜੀਵਨ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ, ਤੇ ਰਾਮਾਨੰਦ ਜੀ ਦਾ ਅਗਲਾ ਜਿਹੜਾ ਆਪਾਂ ਵਿਚਾਰ ਉਹਨਾਂ ਦੇ ਜੀਵਨ ਦੇ ਬਾਰੇ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਭਗਤ ਰਵਿਦਾਸ ਜੀ ਦੇ ਜੋ ਬਾਣੀ ਹੈ ਉਹਦੇ ਬਾਰੇ ਵਿਚਾਰ ਕਰਕੇ ਅੱਗੇ ਚੱਲਦੇ ਹਾਂ ਕਿ ਕੀ ਕੀ ਬਾਣੀ ਹੈ ਭਗਤ ਰਵਿਦਾਸ ਜੀ ਦੀ, ਕਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਦੇ ਬਾਰੇ ਆਪਾਂ ਵਿਚਾਰ ਕਰਕੇ ਫਿਰ ਅੱਗੇ ਚੱਲਣਾ। ਵਾਹਿਗੁਰੂ। ਭਗਤ ਰਵਿਦਾਸ ਜੀ ਦੇ ਜੋ ਆਖਰੀ ਸਮਾਂ ਹੈ ਇਹਨਾਂ ਦਾ ਇਸੇ ਤਰ੍ਹਾਂ ਪਰਮੇਸ਼ਰ ਦੀ ਭਗਤੀ ਦੇ ਵਿੱਚ ਹੀ ਗੁਜ਼ਰਿਆ। ਭਗਤ ਰਵਿਦਾਸ ਜੀ ਦਾ ਇਹਨਾਂ ਨੇ ਪਰਮੇਸ਼ਰ ਦੀ ਭਗਤੀ ਬੜੇ ਵੱਡੇ ਪੱਧਰ ਦੇ ਉੱਤੇ ਕਾਂਸੀ ਦੇ ਵਿੱਚ ਐਸੀ ਕੀਤੀ ਹੈ ਕਿ ਪੰਡਿਤ ਲੋਕ ਵੀ ਜਿਹੜੇ ਹਨ ਉਹ ਭਗਤ ਰਵਿਦਾਸ ਜੀ ਦੇ ਜੀਵਨ ਤੋਂ ਬੜੇ ਹੀ ਪ੍ਰਭਾਵਿਤ ਹੋਏ। ਉਹਨਾਂ ਨੇ ਵੀ ਭਗਤ ਰਵਿਦਾਸ ਜੀ ਨੂੰ ਨਮਸਕਾਰਾਂ ਕੀਤੀਆਂ ਹਨ। ਐਸਾ ਭਗਤ ਰਵਿਦਾਸ ਜੀ ਦਾ ਜਿਹੜਾ ਸਮੁੱਚਾ ਜੀਵਨ ਹੈ, ਆਓ ਆਪਾਂ ਉਹਨਾਂ ਦੀ ਬਾਣੀ ਦੇ ਬਾਰੇ ਵਿਚਾਰ ਕਰੀਏ। ਆਪ ਜੀ ਦੀ ਸਕਰੀਨ ਉੱਪਰ ਭਗਤ ਰਵਿਦਾਸ ਜੀ ਦੀ ਬਾਣੀ ਆ ਗਈ ਹੈ। ਭਗਤ ਰਵਿਦਾਸ ਜੀ ਦੀ ਬਾਣੀ ਦੇ ਬਾਰੇ ਗੱਲ ਕਰੀਏ ਤੇ ਭਗਤ ਰਵਿਦਾਸ ਜੀ ਦੇ ਕੁੱਲ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਕੁੱਲ 40 ਸ਼ਬਦ 40 ਸ਼ਬਦ ਜਿਹੜੇ ਆ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਇੱਕ ਸ੍ਰੀ ਰਾਗ, ਫਿਰ ਉਸ ਤੋਂ ਬਾਅਦ ਗੌੜੀ ਰਾਗ, ਫਿਰ ਆਸਾ ਰਾਗ ਦੇ ਵਿੱਚ 6, ਗੌੜੀ 'ਚ 5, ਇੱਕ ਸ੍ਰੀ ਰਾਗ ਦੇ ਵਿੱਚ ਹੈ। ਆਸਾ ਰਾਗ ਦੇ ਵਿੱਚ 6 ਹਨ, ਗੁਜਰੀ ਰਾਗ ਦੇ ਵਿੱਚ 1 ਸ਼ਬਦ ਹੈ, ਸੋਠ ਰਾਗ ਦੇ ਵਿੱਚ 7 ਹਨ, ਤੇ ਧਨਾਸਰੀ ਰਾਗ ਦੇ ਵਿੱਚ 3 ਸ਼ਬਦ ਹਨ, ਜੈਤਸਰੀ ਰਾਗ ਦੇ ਵਿੱਚ 1 ਸ਼ਬਦ ਹੈ, ਸੂਹੀ ਰਾਗ ਦੇ ਵਿੱਚ 3 ਸ਼ਬਦ ਹਨ, ਬਿਲਾਵੜ ਰਾਗ ਦੇ ਵਿੱਚ ਵੀ 3 ਸ਼ਬਦ ਹਨ। ਵਾਹਿਗੁਰੂ। ਸੂਹੀ ਰਾਗ 'ਚ 3,
ਬਿਲਾਵਰ ਰਾਗ ਦੇ ਵਿੱਚ 2 ਸ਼ਬਦ, ਗੋਂਡ ਰਾਗ ਦੇ ਵਿੱਚ 2 ਸ਼ਬਦ, ਰਾਮਕਲੀ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦਾ 1 ਸ਼ਬਦ ਹੈ ਤੇ ਮਾਰੂ ਰਾਗ ਦੇ ਵਿੱਚ ਭਗਤ ਰਵਿਦਾਸ ਜੀ ਦੇ 2 ਸ਼ਬਦ, ਕੇਦਾਰਾ ਰਾਗ ਦੇ ਵਿੱਚ 1, ਭੈਰੋ ਰਾਗ ਦੇ ਵਿੱਚ ਵੀ 1, ਬਸੰਤ ਰਾਗ ਦੇ ਵਿੱਚ 1 ਸ਼ਬਦ, ਮਲਾਰ ਰਾਗ ਦੇ ਵਿੱਚ 3 ਸ਼ਬਦ। ਤੋਂ ਕੁੱਲ ਗਿਣਤੀ ਜਿਹੜੀ ਹੈ ਭਗਤ ਰਵਿਦਾਸ ਜੀ ਦੇ ਸ਼ਬਦਾਂ ਦੀ 40 ਬਣਦੀ ਹੈ, ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਇਹ 40 ਸ਼ਬਦ ਵੱਖ-ਵੱਖ ਰਾਗਾਂ ਦੀ ਗਿਣਤੀ 16 ਬਣਦੀ ਹੈ। 16 ਰਾਗਾਂ ਦੇ ਵਿੱਚ 40 ਸ਼ਬਦ ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਅਗਲੇ ਭਗਤ ਹਨ ਜਿਨ੍ਹਾਂ ਦੇ ਬਾਰੇ ਆਪਾਂ ਹੁਣ ਵਿਚਾਰ ਕਰਨੀ ਹੈ। ਉਹ ਭਗਤ ਦਾ ਨਾਮ ਹੈ ਭਗਤ ਰਾਮਾਨੰਦ ਜੀ। ਭਗਤ ਰਾਮਾਨੰਦ ਜੀ ਦਾ ਕੈਸਾ ਜੀਵਨ ਹੈ, ਇਹਦੇ ਬਾਰੇ ਆਪਾਂ ਥੋੜੀ ਜੀ ਵਿਚਾਰ ਕਰਕੇ ਤੇ ਫਿਰ ਆਪਾਂ ਗੱਲ ਅੱਗੇ ਚੱਲਦੇ ਹਾਂ ਸਾਧ ਸੰਗਤ ਲੈ ਕੇ। ਵਾਹਿਗੁਰੂ। ਸਕਰੀਨ ਥੋੜੀ ਜੀ ਪ੍ਰੋਬਲਮ ਕਰ ਰਹੀ ਹੈ, 1 ਮਿੰਟ ਆਪ ਜੀ ਨੇ। ਵਾਹਿਗੁਰੂ ਵਾਹਿਗੁਰੂ। ਹਾਂਜੀ, ਭਗਤ ਰਾਮਾਨੰਦ ਜੀ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਭਗਤ ਰਾਮਾਨੰਦ ਜੀ ਦਾ ਜਿਹੜਾ ਮੁੱਢਲਾ ਸਮਾਂ ਹੈ ਭਗਤੀ ਲਹਿਰ ਦੇ ਵਿੱਚ, ਉਹ 1366 ਤੋਂ 1467 ਮੰਨਿਆ ਜਾਂਦਾ ਹੈ। ਤੇ ਇਸ ਸਮੇਂ ਦੇ ਵਿੱਚ ਭਗਤ ਰਵਿਦਾਸ ਜੀ ਜਿਹੜੇ ਭਗਤ ਰਾਮਾਨੰਦ ਜੀ ਜੋ ਹਨ, ਉਹਨਾਂ ਨੇ ਭਗਤੀ ਲਹਿਰ ਨੂੰ ਬੜੇ ਵੱਡੇ ਪੱਧਰ ਤੇ ਪ੍ਰਫੁੱਲਿਤ ਕੀਤਾ। 1366 ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਬ੍ਰਾਹਮਣ ਪਰਿਵਾਰ 'ਚ ਹੋਇਆ। ਪਿਤਾ ਦਾ ਨਾਮ ਸਦਨ ਸ਼ਰਮਾ ਤੇ ਮਾਤਾ ਦਾ ਨਾਮ ਜਿਹੜਾ ਉਹ ਸੁਸ਼ੀਲਾ ਹੈ। ਤੇ ਇਹ ਗੱਲ ਬੜੇ ਵੱਡੇ ਪੱਧਰ ਤੇ ਕਹੀ ਜਾਂਦੀ ਹੈ ਕਿ ਭਗਤ ਰਾਮਾਨੰਦ ਜੀ ਜਿਹੜੇ ਸਨ, ਉਹ ਛੋਟੀਆਂ ਜਾਤਾਂ ਵਾਲਿਆਂ ਨੂੰ ਵੀ ਆਪਣੇ ਚੇਲੇ ਬਣਾ ਲੈਂਦੇ ਸੀ। ਛੋਟੀਆਂ ਜਾਤਾਂ ਵਾਲਿਆਂ ਨੂੰ, ਕਿਉਂਕਿ ਪੰਡਿਤ ਸਨ, ਆਪ ਬ੍ਰਾਹਮਣ ਸਨ, ਪਰ ਜਿਹੜੇ ਨੀਵੀਂ ਜਾਤ ਦੇ ਲੋਕ ਸਨ ਉਹਨਾਂ ਦੇ ਵਿੱਚ ਭਗਤੀ ਨੂੰ ਵੱਡੇ ਪੱਧਰ ਦੇ ਉੱਤੇ ਭਗਤ ਰਾਮਾਨੰਦ ਜੀ ਨੇ ਪ੍ਰਚਾਰਿਆ ਹੈ। ਭਗਤ ਰਾਮਾਨੰਦ ਜੀ ਨੇ, ਤੇ ਇਹਨਾਂ ਦੇ ਜਿਹੜੇ ਗੁਰੂ ਹੋਏ ਹਨ ਭਗਤ ਰਾਮਾਨੰਦ ਜੀ ਦੇ, ਉਹਨਾਂ ਦਾ ਨਾਮ ਸੀ ਰਾਮਾਨੁਜ। ਉਹਨਾਂ ਦੇ ਦੁਆਰਾ ਇੱਕ ਸੰਸਥਾ ਚਲਾਈ ਜਾਂਦੀ ਸੀ ਜਿਹਦੇ ਵਿੱਚ ਭਗਤ ਰਾਮਾਨੁਜ ਤੋਂ ਬਾਅਦ ਹੋਇਆ ਰਾਘਵਨੰਦ, ਤੇ ਭਗਤ ਰਾਘਵਨੰਦ ਤੋਂ ਬਾਅਦ ਜਿਹੜਾ ਉਸ ਜਗ੍ਹਾ ਦੇ ਮੁੱਖ ਸੇਵਾਦਾਰ ਕਹਿ ਲਓ ਜਾਂ ਮੁੱਖ ਪ੍ਰਚਾਰਕ ਹੋਏ ਆ, ਇਹ ਭਗਤ ਰਾਮਾਨੰਦ ਜੀ। ਤੇ ਰਾਮਾਨੰਦ ਜੀ ਦੀ ਇੰਨੀ ਪ੍ਰਸਿੱਧੀ ਹੋ ਗਈ ਕਿ ਇਹ ਆਪਣੇ ਜਿਹੜੇ ਗੁਰੂਆਂ ਨੂੰ ਵੀ ਪਿੱਛੇ ਛੱਡ ਗਏ ਸੀ। ਕਿਉਂਕਿ ਇਹਨਾਂ ਨੇ ਛੋਟੀ ਜਾਤ ਦੇ ਵਿੱਚ, ਨੀਵੇਂ ਕਰਮਾਂ ਵਾਲਿਆਂ ਦੇ ਵਿੱਚ ਵੀ ਭਗਤੀ ਜਿਹੜੀ ਆ ਉਸ ਗੱਲ ਨੂੰ ਪ੍ਰਚਲਿਤ ਕੀਤਾ ਕਿ ਹਰ ਕੋਈ ਪਰਮੇਸ਼ਰ ਦੀ ਭਗਤੀ ਕਰ ਸਕਦਾ ਹੈ। ਇਸ ਤਰ੍ਹਾਂ ਨੇ ਇੱਕ ਕ੍ਰਾਂਤੀਕਾਰੀ ਲਹਿਰ ਜਿਹੜੀ ਸੀ ਉਸ ਸਮੇਂ ਪੈਦਾ ਕੀਤੀ। ਉਸ ਸਮੇਂ ਲੋਕ ਇਹਨਾਂ ਦੇ ਨਾਲ ਬੜੇ ਜੁੜੇ, ਬਹੁਤ ਲੋਕ ਇਹਨਾਂ ਦੇ ਨਾਲ ਜੁੜੇ। ਕਬੀਰ ਜੀ ਤੇ ਰਵਿਦਾਸ ਜੀ ਵੀ ਇਹਨਾਂ ਦੇ ਹੀ, ਭਗਤ ਪੀਪਾ ਜੀ, ਭਗਤ ਕਬੀਰ ਜੀ, ਇਹ ਸਾਰੇ ਇਹਨਾਂ ਦੇ ਹੀ ਜਿਹੜੇ ਚੇਲੇ ਉਹ ਮੰਨੇ ਜਾਂਦੇ ਆ। ਤੇ ਭਗਤ ਰਾਮਾਨੰਦ ਜੀ ਦੀ ਜਿਹੜੀ ਸੋਚ ਸੀ ਉਹ ਪਹਿਲਾਂ ਵੈਸ਼ਨਵ ਮਤ ਸੀ। ਵੈਸ਼ਨਵ ਮਤ ਦੇ ਪ੍ਰਚਾਰਕ ਸਨ, ਬੜੇ ਵੱਡੇ ਦੇ ਪੱਧਰ ਦੇ ਉੱਤੇ ਇਹਨਾਂ ਨੇ ਵੈਸ਼ਨਵ ਮਤ ਜਿਹੜਾ ਸੀ ਉਹ ਅਪਣਾਇਆ ਸੀ। ਤੇ ਫਿਰ ਆਪਣੇ ਅਖੀਰਲੇ ਸਮੇਂ ਭਗਤ ਰਾਮਾਨੰਦ ਜੀ ਆਪਣੇ ਅਖੀਰਲੇ ਸਮੇਂ ਜਿਹੜਾ ਸੀ ਉਹ ਵੈਸ਼ਨਵ ਮਤ ਨੂੰ ਛੱਡ ਕੇ ਨਿਰਗੁਣ ਭਗਤੀ, ਪਰਮੇਸ਼ਰ ਦੀ ਭਗਤੀ ਦੇ ਵਿੱਚ ਆ ਗਏ ਸਨ। ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਕਿਸੇ ਨੇ ਕਿਹਾ ਸੀ ਕਿ ਰਾਮਾਨੰਦ ਜੀ ਪਰਮੇਸ਼ਰ ਬਾਰੇ ਤੁਹਾਡਾ ਕੀ ਕਹਿਣਾ ਹੈ, ਤੇ ਇਹਨਾਂ ਕਿਹਾ ਕਿ ਮੈਨੂੰ ਹਜੇ ਤੱਕ ਉਹ ਗੱਲ ਨਹੀਂ ਬਣਦੀ ਪਈ ਜਿਹੜੀ ਗੱਲ ਦੀ ਮੈਂ ਜਾਚਣਾ ਚਾਹੁੰਦਾ ਹਾਂ ਨਾ, ਕਿ ਮੇਰੇ ਅੰਦਰ ਪਰਮੇਸ਼ਰ ਦਾ ਰੰਗ ਲੱਗੇ, ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਪਰ ਮੇਰਾ ਉਹ ਮਨ ਟਿਕਦਾ ਨਹੀਂ ਪਿਆ, ਉਹ ਗੱਲ ਬਣਦੀ ਨਹੀਂ ਪਈ। ਤੇ ਫਿਰ ਇਹਨਾਂ ਨੂੰ ਕਿਹਾ ਸੀ ਉਸ ਮਹਾਂਪੁਰਖ ਨੇ ਕਿ ਭਾਈ ਉਮਰ ਕਿੰਨੀ ਰਹਿ ਗਈ ਹੈ। ਇਹਨਾਂ ਨੇ ਕਿਹਾ ਕਿ ਉਮਰ ਦਾ ਤੇ ਪਤਾ ਨਹੀਂ। ਤੇ ਉਸ ਮਹਾਂਪੁਰਖ ਨੇ ਕਿਹਾ ਭਾਈ ਤੇਰੀ ਉਮਰ ਥੋੜੀ ਰਹਿ ਗਈ ਹੈ। ਤੇ ਇਹਨੇ ਕਿਹਾ ਫਿਰ ਰਸਤਾ ਐਸਾ ਦੱਸੋ ਕਿ ਥੋੜੀ ਉਮਰ ਦੇ ਵਿੱਚ ਪ੍ਰਾਪਤੀ ਵੱਧ ਹੋਵੇ। ਤੇ ਫਿਰ ਉਸ ਮਹਾਂਪੁਰਖ ਨੇ ਕਿਹਾ ਸੀ ਕਿ ਭਾਈ ਤੂੰ ਇੰਜ ਕਰ, ਤੂੰ ਇਹ ਰਸਤਾ ਛੱਡ ਕੇ ਨਾ, ਜੋ ਵੈਸ਼ਨਵ ਮਤ ਨੂੰ ਛੱਡ ਕੇ ਤੂੰ ਨਿਰਗੁਣ ਭਗਤੀ ਵੱਲ ਨੂੰ ਹੋ ਜਾ। ਤੇ ਜਦੋਂ ਨਿਰਗੁਣ ਭਗਤੀ ਗਾਏਗਾ, ਪਰਮੇਸ਼ਰ ਦੀ ਨਿਰਗੁਣ ਭਗਤੀ ਕਰੇਗਾ, ਤੇ ਫਿਰ ਤੇਰਾ ਜਿਹੜਾ ਇਹ ਸਮਾਂ ਭਾਵੇਂ ਥੋੜਾ ਰਹਿ ਗਿਆ ਜੀਵਨ ਦਾ, ਪਰ ਪਰਮੇਸ਼ਰ ਨੂੰ ਤੂੰ ਪ੍ਰਾਪਤ ਕਰ ਲਵੇਂਗਾ। ਇਸ ਤਰ੍ਹਾਂ ਫਿਰ ਭਗਤ ਰਾਮਾਨੰਦ ਜੀ ਨੇ ਇੱਕ ਨਿਰੋਲ ਨਿਰਗੁਣ ਅਕਾਲ ਪੁਰਖ ਦੀ ਭਗਤੀ ਕੀਤੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1195 ਅੰਗ ਦੇ ਉੱਪਰ ਭਗਤ ਰਾਮਾਨੰਦ ਜੀ ਦਾ ਜਿਹੜਾ ਹੈ ਉਹ ਇੱਕ ਸ਼ਬਦ ਦਰਜ ਹੈ। ਰਾਮਾਨੰਦ ਜੀ ਦਾ ਇੱਕੋ ਸ਼ਬਦ ਜਿਹੜਾ ਹੈ ਭਗਤ ਰਾਮਾਨੰਦ ਜੀ ਦਾ ਦਰਜ ਹੈ, ਜਿਹਦੇ ਵਿੱਚ ਉਹਨਾਂ ਨੇ ਨਿਰੋਲ ਪਰਮੇਸ਼ਰ ਦੀ ਗੱਲ ਕੀਤੀ ਹੈ। ਉਹ ਕਿਹੜਾ ਸ਼ਬਦ ਹੈ ਤੇ ਉਹ ਦਾਸ ਆਪ ਜੀ ਦੇ ਨਾਲ ਸਾਂਝਾ ਕਰਦੇ।
ਤਾਂ ਕਿ ਆਪ ਜੀ ਨੂੰ ਭਗਤ ਰਾਮਾਨੰਦ ਜੀ ਦਾ ਜਿਹੜਾ ਜੀਵਨ ਦੇ ਵਿੱਚ ਕਿਵੇਂ ਦੇ ਸਨ ਉਹਨਾਂ ਦੇ ਬਾਰੇ ਥੋੜਾ ਜਿਹਾ ਪਤਾ ਲੱਗ ਸਕੇ। ਹਾਂਜੀ, ਆਪ ਜੀ ਦੀ ਸਕਰੀਨ ਉੱਪਰ ਹੈ ਸ਼ਬਦ ਬਸੰਤ ਹਿੰਡੋਲ ਬਸੰਤ ਰਾਗ ਦੇ ਵਿੱਚ ਹੈ। ਰਾਮਾਨੰਦ ਜੀ 1195 ਅੰਕ ਤੇ ਸ਼ਬਦ ਹੈ ਇਹ। ਰਾਮਾਨੰਦ ਜੀ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੇ ਮਨ ਭਇਓ ਪੰਗ ਰਹਾਓ, ਏਕ ਦਿਵਸ ਮਨ ਭਈ ਉਮੰਗ, ਘਸ ਚੰਦਨ ਚੁਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ, ਜਹਾਂ ਜਾਈਏ ਤਹ ਜਲ ਪਖਾਨ, ਤੂੰ ਪੂਰ ਰਹਿਓ ਸਭ ਸਮਾਨ, वेद पुराण सब देखे जोए, ऊहा तो जाइए जो ईहा ना होए, सतगुर मैं बलिहारी तोर, जिन सकल बिकल परम काटे मोर, रामानंद स्वामी रमत ब्रह्म गुर का शब्द काटै ओट करम। ये गल इन्हां ने कीती है। रहाओ दे थोड़े जे आपां विचार करके फिर आपां दूसरे भगतां वल गल लैके जाने हैं। ਇਹਨਾਂ ਨੇ ਰਹਾਉ ਦੇ ਬੰਦ 'ਚ ਕਿਹਾ ਕਿ ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਪੰਗ ਦਾ ਅਰਥ ਹੁੰਦਾ ਪਿੰਗਲਾ। ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ, ਮੈਂ ਚੱਲ ਕੇ ਕਿਤੇ ਹੋਰ ਜਾਣ ਵੱਲੋਂ ਰੁਕ ਗਿਆ। ਕੱਤ ਜਾਈਏ, ਕਿੱਥੇ ਜਾਵਾਂ? ਘਰ ਲਾਗੋ ਰੰਗ, ਘਰ 'ਚ ਬੈਠੇ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਾ ਹੋਇਆ। ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ, ਮੇਰਾ ਚਿੱਤ ਹੋਰ ਪਾਸੇ ਜਾਣ ਨੂੰ ਕਰਦਾ ਹੀ ਨਹੀਂ, ਕਿਉਂਕਿ ਮੇਰਾ ਮਨ ਜਿਹੜਾ ਉਹ ਪਿੰਗਲਾ ਹੋ ਚੁੱਕਾ ਦੂਸਰੀਆਂ ਵਿਚਾਰਾਂ ਨਾਲੋਂ, ਬਾਹਰ ਭੱਜਣ ਨਾਲ ਮੇਰਾ ਮਨ ਇਹਨਾਂ ਨੇ ਕਿਹਾ ਪਿੰਗਲਾ ਹੋ ਗਿਆ, ਮੈਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ। ਏਕ ਦਿਵਸ ਮਨ ਭਈ ਮੰਗ, ਘਸ ਚੰਦਨ ਚੁਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਏ ਗੁਰ ਮਨ ਹੀ ਮਾਏ। ਉਹ ਜਿਹੜਾ ਬ੍ਰਹਮ ਪਰਮੇਸ਼ਰ ਉਹ ਘਰ ਦੇ ਵਿੱਚ ਮਿਲ ਗਿਆ, ਉਹ ਮਨ ਦੇ ਵਿੱਚ ਪ੍ਰਗਟ ਹੋ ਗਿਆ, ਕਿਤੇ ਖਾਸ ਚੰਦਨ ਦੀ ਲੋੜ ਹੀ ਨਹੀਂ ਪਈ। ਇਸ ਤਰ੍ਹਾਂ ਇਹਨਾਂ ਨੇ ਇਹ ਪਾਵਨ ਜਿਹੜਾ ਸ਼ਬਦ ਬਸੰਤ ਰਾਗ ਦੇ ਵਿੱਚ ਉਚਾਰਨ ਕੀਤਾ। ਇੱਕੋ ਹੀ ਇਹਨਾਂ ਦਾ ਇਹ ਪਾਵਨ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜਿਹਦੇ ਵਿੱਚ ਨਰੋਲ ਅਕਾਲ ਪੁਰਖ ਦੀ ਪਰਮੇਸ਼ਰ ਦੀ ਭਗਤੀ ਦੀ ਗੱਲ ਕੀਤੀ ਹੈ ਕਿ ਜੇ ਉਹਨੂੰ ਪ੍ਰਾਪਤ ਕਰਨਾ ਤੇ ਆਪਣੇ ਮਨ ਨੂੰ ਸਾਫ਼ ਕਰਨਾ ਪਏਗਾ, ਆਪਣੇ ਮਨ ਨੂੰ ਜਿਹੜਾ ਹੈ ਉਸ ਸਿਮਰਨ ਦੇ ਵੱਲ, ਪਰਮੇਸ਼ਰ ਦੇ ਨਾਮ ਦੇ ਵੱਲ ਲਾਉਣਾ ਪਵੇਗਾ। ਸੋ ਇਹ ਗੱਲ ਇਹਨਾਂ ਨੇ ਕੀਤੀ। ਅਗਲੇ ਜਿਹੜੇ ਭਗਤ ਹਨ ਉਹਨਾਂ ਦੀ ਗੱਲ ਆਪਾਂ ਕਰੀਏ ਤੇ ਉਹਨਾਂ ਦਾ ਨਾਮ ਹੈ ਭਗਤ ਜੈਦੇਵ ਜੀ। ਭਗਤ ਜੈਦੇਵ ਜੀ ਇੱਕ ਵੈਸ਼ਨਵ ਭਗਤ ਸਨ, ਵੈਸ਼ਨਵ ਮਤ ਨਾਲ ਸੰਬੰਧ ਰੱਖਦੇ ਸਨ ਤੇ ਇਹਨਾਂ ਦਾ ਜਿਹੜਾ ਜਨਮ ਹੈ ਉਹ ਬੰਗਾਲ ਦਾ ਦੱਸਿਆ ਜਾਂਦਾ ਹੈ। ਬਹੁਤ ਪੁਰਾਣੇ ਭਗਤ ਹਨ। ਭਗਤ ਜੈਦੇਵ ਜੀ 1170 ਦੇ ਕਰੀਬ ਇਹਨਾਂ ਦਾ ਜਨਮ ਦੱਸਿਆ ਜਾਂਦਾ, 1170 ਦਾ ਸਮਾਂ। ਤੇ 1170 ਦੇ ਵਿੱਚ ਇਹ ਬਹੁਤ ਵੱਡੇ ਗਾਇਨ ਗਾਉਣ ਵਾਲੇ ਵੀ ਸਨ ਤੇ ਇਹ ਵੀ ਮੰਨਿਆ ਜਾਂਦਾ ਕਿ ਸੰਸਕ੍ਰਿਤ ਦੀ ਬਹੁਤ ਜ਼ਿਆਦਾ ਜਾਣਕਾਰੀ ਸੀ ਇਹਨਾਂ ਭਗਤ ਜੈਦੇਵ ਜੀ ਨੂੰ। ਇਹਨਾਂ ਨੂੰ ਭਗਤ ਜੈਦੇਵ ਜੀ ਨੂੰ ਸੰਸਕ੍ਰਿਤ ਦੀ ਬਹੁਤ ਜ਼ਿਆਦਾ ਜਾਣਕਾਰੀ ਸੀ, ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸਨ ਤੇ ਆਪਣੀ ਪਤਨੀ ਨਾਲ ਰਲ ਕੇ ਤੇ ਦੋਵੇਂ ਜੀ ਜਿਹੜੇ ਸੀ ਪਰਮੇਸ਼ਰ ਦੀ ਭਗਤੀ ਦੇ ਗੀਤ ਗਾਇਆ ਕਰਦੇ ਸਨ। ਸੋ ਇਹਨਾਂ ਦਾ ਜਿਹੜਾ ਜੀਵਨ ਹੈ ਉਹਦੇ ਬਾਰੇ ਹੈ ਕਿ ਇਹਨਾਂ ਦਾ ਜਨਮ 1170 ਤੋਂ 1201 ਤੱਕ ਦਾ ਮੰਨਿਆ ਜਾਂਦਾ ਹੈ। ਪਿਤਾ ਦਾ ਨਾਮ ਇਹਨਾਂ ਦਾ ਭੋਜਦੇਵ ਤੇ ਮਾਤਾ ਦਾ ਨਾਮ ਬਾਮਦੇਵੀ ਕਿਹਾ ਜਾਂਦਾ ਹੈ। ਜਨਮ ਸਥਾਨ ਇਹਨਾਂ ਦਾ ਬੰਗਾਲ ਦੇ ਵਿੱਚ ਪਿੰਡ ਕੇਦਲੀ, ਜ਼ਿਲ੍ਹਾ ਬੀਰ ਰੂਮ, ਇਸ ਤਰ੍ਹਾਂ ਪਿੰਡ ਦਾ ਨਾਮ ਇਹਨਾਂ ਦਾ ਦੱਸਿਆ ਜਾਂਦਾ ਹੈ। ਬ੍ਰਾਹਮਣ ਜਾਤ ਦੇ ਨਾਲ ਸੰਬੰਧ ਰੱਖਦੇ ਸਨ ਤੇ ਇਹਨਾਂ ਦਾ ਜਿਹੜਾ ਦਿਹਾਂਤ ਹੈ ਉਹ 1273 ਈਸਵੀ ਦੇ ਵਿੱਚ ਹੋਇਆ ਤੇ 2 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ 2 ਰਾਗਾਂ ਦੇ ਵਿੱਚ ਇਹਨਾਂ ਦੇ ਦਰਜ ਹਨ। ਸੋ ਇਹਨਾਂ ਦੇ ਜੀਵਨ ਦੇ ਬਾਰੇ ਥੋੜੀ ਜਿਹੀ ਆਪਾਂ ਜਾਣਕਾਰੀ ਲੈ ਕੇ ਅੱਗੇ ਚੱਲੀਏ ਕਿ ਇਹਨਾਂ ਦਾ ਜਨਮ ਜਿਹੜਾ ਬੰਗਾਲ ਤੋਂ, ਉੜੀਸਾ ਵੀ ਕੁਝ ਦੱਸਦੇ ਆ ਕਿ ਇਹ ਉੜੀਸਾ ਇਹਨਾਂ ਦਾ ਜਨਮ ਹੋਇਆ ਤੇ ਫਿਰ ਬੰਗਾਲ ਚਲੇ ਗਏ, ਤੇ ਕੁਝ ਕਹਿੰਦੇ ਆ ਕਿ ਇਹ ਬੰਗਾਲ ਰਹਿੰਦੇ ਸੀ ਫਿਰ ਉੜੀਸਾ ਚਲੇ ਗਏ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪ੍ਰਚਲਿਤ ਸਨ। ਤੇ ਜਿਹੜੇ ਭਗਤ ਜੈਦੇਵ ਜੀ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸੀ, ਪਰ ਜਾਤੀ ਦਾ ਅਭਿਮਾਨ ਇਹਨਾਂ ਨੂੰ ਬਿਲਕੁਲ ਵੀ ਨਹੀਂ ਸੀ। ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਸੀ ਪਰ ਜਾਤੀ ਦਾ ਅਭਿਮਾਨ ਨਹੀਂ ਸੀ। ਤੇ ਬੰਗਾਲ ਦਾ ਰਾਜਾ ਸੀ ਲਛਮਣ ਸੈਨ, ਉਹਦੇ 5 ਰਤਨਾਂ ਦੇ ਵਿੱਚੋਂ ਇੱਕ ਸਨ ਇਹ। ਭਾਵ ਪੂਰਾ ਇਹਨਾਂ ਦਾ ਉਸ ਸਮੇਂ ਦਬਦਬਾ ਸੀ, ਪੂਰਾ ਧਾਰਮਿਕ ਖੇਤਰ ਦੇ ਵਿੱਚ ਮੰਨੇ ਪਰਮੰਨੇ ਮੁਲਕ ਸਨ ਭਗਤ ਜੈਦੇਵ ਜੀ। ਲਛਮਣ ਸੈਨ ਦੇ 5 ਰਤਨਾਂ ਵਿੱਚੋਂ ਸਨ ਤੇ ਭਗਤ ਬਾਣੀ ਦੇ ਰਚੈਤਾ ਵਿੱਚੋਂ ਭਗਤ ਜੈਦੇਵ ਜੀ ਸਭ ਤੋਂ ਵੱਡੀ ਉਮਰ ਦੇ ਹਨ, ਭਾਵ ਸਭ ਤੋਂ ਵੱਡੇ ਹਨ। ਸਭ ਤੋਂ ਜਿਹੜਾ ਪੁਰਾਣੀ ਬਾਣੀ ਜੇ ਆਪਾਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਪੁਰਾਣੀ ਬਾਣੀ ਉਹ ਭਗਤ ਜੈਦੇਵ ਦੀ ਮੰਨੀ ਜਾਂਦੀ ਹੈ।
ਭਗਤ ਜੈਦੇਵ ਦੀ ਸਭ ਤੋਂ ਪੁਰਾਣੀ ਬਾਣੀ ਮੰਨੀ ਜਾਂਦੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੇ ਗੀਤ ਗੋਬਿੰਦ ਨਾਮ ਦੀ ਤੇ ਰੱਤੀ ਮੰਜਰੀ ਨਾਮ ਦੀ ਰਚਨਾ ਇਹਨਾਂ ਨੇ ਕੀਤੀ ਆ। ਇਹ ਦੋ ਰਚਨਾਵਾਂ ਇਹਨਾਂ ਨੇ ਕੀਤੀਆਂ। ਤੇ ਇਹ ਭਗਤ ਗੀਤ ਗੋਬਿੰਦ ਜਿਹੜੀ ਇਹਨਾਂ ਦੀ ਬਹੁਤ ਪ੍ਰਚਲਿਤ ਜਿਹੜੀ ਇਹ ਪੁਸਤਕ ਆ, ਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਇਹਦੇ ਵਿੱਚ ਗੀਤ ਇਹਨਾਂ ਨੇ ਲਿਖੇ ਆ। ਤੇ ਇਹੀ ਗੀਤ ਗਾਉਣ ਦਾ ਵਿਧਾਨ ਜਿਹੜਾ ਸੀ ਬੰਗਾਲ ਦੇ ਵਿੱਚ ਰਾਜਾ ਲਛਮਣ ਦੇਵ ਨੇ ਕੀਤਾ ਸੀ ਕਿ ਭਾਈ ਜਿਹੜਾ ਮੰਦਿਰਾਂ ਦੇ ਵਿੱਚ ਭਗਤ ਜੈਦੇਵ ਦੀ ਇਸ ਗੀਤ ਗੋਬਿੰਦ ਦੇ ਗੀਤ ਹੀ ਗਾਏ ਜਾਇਆ ਕਰਨ। ਇਸ ਤਰ੍ਹਾਂ ਭਗਤ ਜੈਦੇਵ ਜੀ ਪੁਰਾਣੇ ਭਗਤ ਹੋਏ ਹਨ, ਪਰ ਇਹਨਾਂ ਦੇ ਜੀਵਨ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਇੰਨਾ ਕਿ ਹੀ ਪਤਾ ਲੱਗਦਾ ਹੈ ਕਿ ਭਗਤ ਜੈਦੇਵ ਜੀ ਇੱਕ ਚੰਗੇ ਸੰਗੀਤਕਾਰ ਤੇ ਚੰਗੇ ਜਿਹੜਾ ਹੈ ਉਹ ਸੰਸਕ੍ਰਿਤ ਦੇ ਵਿਦਵਾਨ ਸਨ, ਤੇ ਨਾਲ ਹੀ ਲਛਮਣ ਦੇਵ ਦੇ ਜਿਹੜੇ ਪੰਜਾਂ ਰਤਨਾਂ ਦੇ ਵਿੱਚੋਂ ਸਨ। ਤੇ ਇਹਨਾਂ ਨੇ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਜੈਦੇਵ ਜੀ ਦੇ ਜਿਹੜੇ ਹਨ ਉਹ ਵਾਹਿਗੁਰੂ ਦੋ ਪਦੇ ਜਿਹੜੇ ਉਹ ਦਰਜ ਹਨ, ਦੋ ਸ਼ਬਦ, ਇੱਕ ਗੂਜਰੀ ਰਾਗ ਦੇ ਵਿੱਚ ਤੇ ਇੱਕ ਮਾਰੂ ਰਾਗ ਦੇ ਵਿੱਚ। ਇਹ ਦੋ ਸ਼ਬਦ ਭਗਤ ਜੈਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ, ਜਿਹਦੇ ਵਿੱਚ ਇਹਨਾਂ ਨੇ ਗੱਲ ਜਿਹੜੀ ਕੀਤੀ ਹੈ ਇਨਸਾਨ ਨੂੰ ਬੁਢਾਪੇ ਦਾ ਦੁੱਖ, ਜਨਮ ਮਰਨ ਦਾ ਭੈ, ਕਰਮ ਕਾਂਡਾਂ ਦੀ ਜ਼ਰੂਰਤ ਤੇ ਲੋਭ ਲਾਲਚ ਜਿਹੜਾ ਸਤਾਉਂਦਾ ਰਹਿੰਦਾ ਹੈ, ਤੇ ਨਾਮ ਸਿਮਰਨ ਦੇ ਨਾਲ ਸਦਾਚਾਰ ਗੁਣ ਪ੍ਰਾਪਤ ਕਰਨ ਦੇ ਨਾਲ ਪਰਮੇਸ਼ਰ ਦੇ ਗੁਣ ਗਾਣ ਕਰਨ ਦੇ ਨਾਲ ਇਹਨੂੰ ਸਾਰਾ ਪਰਮੇਸ਼ਰ ਦਾ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਤੇ ਇਹਨਾਂ ਨੇ ਜਿਹੜਾ ਯੋਗ ਤਪ ਹੱਠ ਸਾਧਨਾ ਤੋਂ ਹਟ ਕੇ ਨਾਮ ਸਿਮਰਨ ਦੀ ਪ੍ਰੇਰਨਾ ਜਿਹੜੀ ਉਹ ਕੀਤੀ ਹੈ। ਤੇ ਆਰੰਭ ਦੇ ਵਿੱਚ ਵੈਸ਼ਨਵ ਭਗਤ ਸਨ, ਫਿਰ ਕ੍ਰਿਸ਼ਨ ਦੇ ਉਪਾਸ਼ਕ ਹੋਏ, ਫਿਰ ਐਸੇ ਇਹਨਾਂ ਨੂੰ ਸਾਧੂ ਸੰਤ ਮਿਲੇ ਜਿਨ੍ਹਾਂ ਨੇ ਕਿਹਾ ਕਿ ਇੱਕ ਕਰਤਾਰ ਪਰਮੇਸ਼ਰ ਦੀ ਜਿਹੜੀ ਆ ਉਹਦੀ ਉਸਤਤ ਕਰੋ ਤੇ ਤੁਹਾਨੂੰ ਮੁਕਤੀ ਪ੍ਰਾਪਤ ਹੋਊਗੀ। ਫਿਰ ਇਹਨਾਂ ਨੇ ਸਾਰੀ ਉਮਰ ਨਿਰੋਲ ਪਰਮੇਸ਼ਰ ਦੀ ਭਗਤੀ ਦੇ ਗੀਤ ਗਾਏ, ਨਿਰੋਲ ਅਕਾਲ ਪੁਰਖ ਦੀ ਭਗਤੀ ਦੇ ਗੀਤ ਗਾਏ। ਸੋ ਇਹਨਾਂ ਦੇ ਭਗਤ ਜੈਦੇਵ ਜੀ ਦੇ ਦੋ ਜਿਹੜੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹਨ ਉਹ ਮੈਂ ਆਪ ਜੀ ਦੇ ਨਾਲ ਸ਼ੇਅਰ ਕਰ ਦੇਵਾਂ। ਕਿਹੜੇ ਦੋ ਸ਼ਬਦ ਹਨ? ਹਾਂਜੀ, ਵਾਹਿਗੁਰੂ। ਇਹ ਪਹਿਲਾ ਸ਼ਬਦ ਹੈ ਭਗਤ ਜੈਦੇਵ ਜੀ ਦਾ। ਇਹ ਗੂਜਰੀ ਰਾਗ ਦੇ ਵਿੱਚ ਪਦਾ ਹੈ, ਭਗਤ ਜੈਦੇਵ ਜੀਓ ਕਾ ਪਦਾ। ਮਹੱਲਾ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਦ ਪੁਰਖ ਮਨੋਪਿਮੰ ਸਤਾਦ ਭਾਵਰਤੰ। ਪਰਮਤ ਪੁਤੰ ਪ੍ਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਨ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭੈੰ ਰਹਾਉ। ਇਸ਼ਸ ਜਮਾਦ ਪਰਾਭੈੰ ਜਸ ਵਸਤ ਕ੍ਰਿਤ ਕ੍ਰਿਤੰ। ਪਾਪੂਤ ਭਾਵ ਸਮਭਯੰ ਪਰਮੰ ਪ੍ਰਸਨਮਿਦੰ। ਲੋਭਾਤ ਦ੍ਰਿਸ਼ਟ ਪਰ ਗ੍ਰਹਿੰ ਜਦ ਵਿਦ ਆਚਰਣੰ। ਤਜ ਸਕਲ ਦੁਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ। ਹਰ ਭਗਤ ਨਿਜ ਨੈ ਕੇਵਲਾ ਰਿਦ ਕਰਮਣਾ ਬਚਸਾ। ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੰ। ਜਾ ਦੇਵ ਆਇਓ ਤਸ ਫੁਟੰ ਪਾਪੂਤ ਸਰਵਗਤੰ। ਇਹ ਗੂਜਰੀ ਰਾਗ ਦੇ ਵਿੱਚ ਭਗਤ ਜੈਦੇਵ ਜੀ ਦਾ ਪਦਾ ਜਿਹੜਾ ਹੈ ਉਹ ਦਰਜ ਹੈ। ਤੇ ਮੈਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ ਕਿ ਸੰਸਕ੍ਰਿਤ ਦੇ ਬਹੁਤ ਵੱਡੇ ਵਿਦਵਾਨ ਸਨ, ਇਸ ਕਰਕੇ ਇਸ ਸ਼ਬਦ ਦੇ ਵਿੱਚ ਸੰਸਕ੍ਰਿਤ ਦੀ ਜਿਹੜੀ ਉਹ ਜ਼ਿਆਦੀ ਵਰਤੋਂ ਹੋਈ ਹੈ। ਤੇ ਇਸ ਜੋ ਸ਼ਬਦ ਦਾ ਮੂਲ ਭਾਵ ਹੈ ਕਿ ਪਰਮੇਸ਼ਰ ਜੋ ਹੈ ਬਦ ਅੰਮ੍ਰਿਤ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਨਾ ਦਨੋਤ ਜਸ ਮਰਨੇਨ ਜਨਮ ਜਰਾਦ ਮਰਨ ਭੈੰ। ਕਹਿੰਦੇ ਆ ਕਿ ਜਿਹੜਾ ਤੇਰਾ ਜਨਮ ਹੈ, ਜਨਮ ਮਰਨ ਭੈਂ ਜਨਮ ਹੋਇਆ ਹੈ, ਤੈਨੂੰ ਬੁਢੇਪਾ ਵੀ ਆਉਣਾ ਤੇ ਤੂੰ ਮਰ ਵੀ ਜਾਣਾ। ਇਸ ਕਰਕੇ ਭਾਈ ਕੇਵਲ ਰਾਮ ਨਾਮ ਮਨੋਰਮੰ, ਸਿਰਫ ਪਰਮੇਸ਼ਰ ਨੂੰ ਯਾਦ ਕਰ ਤੇ ਬਦ ਅੰਮ੍ਰਿਤ ਤਤਮਯੰ, ਤੇ ਫਿਰ ਤੈਨੂੰ ਤਤ ਅੰਮ੍ਰਿਤ ਜਿਹੜਾ ਪਰਮੇਸ਼ਰ ਦਾ ਨਾਮ ਉਹ ਪ੍ਰਾਪਤ ਹੋਏਗਾ। ਇਹ ਗੱਲ ਭਗਤ ਜੈਦੇਵ ਜੀ ਨੇ ਆਪਣੇ ਇਸ ਸ਼ਬਦ ਦੇ ਵਿੱਚ ਕਹੀ ਹੈ। ਤੇ ਦੂਸਰਾ ਸ਼ਬਦ ਜਿਹੜਾ ਹੈ ਉਹ ਰਾਗ ਮਾਰੂ ਦੇ ਵਿੱਚ ਹੈ, 1106 ਅੰਗ ਦੇ ਉੱਪਰ, ਜੋ ਆਪ ਜੀ ਦੀ ਸਕਰੀਨ ਉੱਪਰ ਹੈ। ਰਾਗ ਮਾਰੂ ਬਾਣੀ ਜੈਦੇਵ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਚੰਦ ਸਤ ਭੇਦਿਆ ਨਾਦ ਸਤ ਪੂਰਿਆ। ਸੂਰ ਸਤ ਖੂੜਸਾ ਦਤ ਕੀਆ। ਅਬਲ ਬਲ ਤੋੜਿਆ ਅਚਲ ਚਲ ਥੱਪਿਆ। ਅਘੜ ਘੜਿਆ ਤਹਾਂ ਅਪਿਓ ਪੀਆ। ਮਨ ਆਦ ਗੁਣ ਆਦ ਵਖਾਣਿਆ। ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਰਹਾਉ। ਅਰਧ ਕੋ ਅਰਧਿਆ ਸਰਦ ਕੋ ਸਰਦਿਆ। ਸਲਲ ਕੋ ਸਲਲ ਸਮਾਨ ਆਇਆ। ਬਦਿਤ ਜਾ ਦੇਵ ਕੋ ਰਮਿਆ। ਬ੍ਰਹਮ ਨਿਰਵਾਣ ਲਿਵਲੀਨ ਪਾਇਆ। ਸੋ ਇਹਦੇ ਵਿੱਚ ਵੀ ਇਹੀ ਗੱਲ ਕੀਤੀ ਹੈ ਕਿ ਭਾਈ ਮਨ ਆਦ ਗੁਣ ਆਦ ਵਖਾਣਿਆ,
कि परमेश्वर के गुण जिहड़ा आद तो सच्चा है वो गुण वखाण, तेरी दुविधा दृष्ट समान्य, तेरी जिहड़ी दुविधा मिट जाए तो तू परमेश्वर दे विच जिहड़ा वो लीनता प्राप्त कर लो। सारे अर्थ आप जी सर्च करके पढ़ सकते हो क्योंकि समा जिहड़ा है वो फिर वधेरे हो जाता है। 1106 नंबर अंग दे उत्ते ये दो शब्द भगत जयदेव जी के श्री गुरु ग्रंथ साहिब दे विच दर्ज हैं। अगले भगत की जी आप गल करिए, अगले भगत हैं भगत त्रिलोचन जी। भगत त्रिलोचन जी का कैसा जीवन है उन्होंने बारे आप जी है वो गल करनी है। भगत त्रिलोचन जी का जोड़ा जन्म है 1268 ईस्वी मनिया जाता है, तो 1335 इन्हों का देहांत होया मनिया जाता है। 1268 जन्म तो 1335 इन्हों का देहांत मनिया जाता है। तो महाराष्ट्र के जिला सोलापुर के बारसी कस्बे के इन्हों का जन्म मनिया जाता है महान खोज के अनुसार। तो कुछ जोड़े आ इन्होंने ये भी कहते हैं कि उत्तर प्रदेश के रहने वाले सन, कुछ गुजरात के भी कहते हैं कि गुजरात मैं काल्पनिक गल लिखी है कि इन्हों का जन्म जोड़ा है 1267 गुजरात में होया, पर कहते हैं कि उत्तर प्रदेश के भी कुछ मानते हैं। फिर कहते ज्ञान देव जोड़े सन उन्होंने संपर्क में आने का करके ये फिर महाराष्ट्र चले गए। पर जो इन्हों की बाणी पढ़ी दी है तो बाणी के जो शब्द इन्होंने वरते आ तो उस गल तो स्पष्ट होंदा है कि भगत त्रिलोचन जी महाराष्ट्र के भगत होए हैं। क्योंकि जो बाणी आप अगे जाके विचारांगे कि जो इन्होंने गल्लां लिखियां वो इंज लगता कि जिवें ये उत्थों दे ही भगत होए आ, किते होर जगह तो उठ के उत्थे नहीं गए। तो इस तरह इन्होंने अपना जिहड़ा है समुचा जीवन बतीत किया। तो इन्हों का इकलौता पुत्र जिहड़ा चढ़ाई कर गया सी, चलाना कर गया, फिर बिरध अवस्था के इन्हों की कोई सेवा करने वाला नहीं सी, इस करके उस दे विजोग विच भी इन्होंने परमेश्वर को बहुत वड्डे पद्धर ते याद किया। तो इन्हों के व्यक्तित्व जिहड़ा सी बड़ी विशेषता सी कि साधुओं के प्रति बड़ी श्रद्धा रखते सी। जिहड़ा संत भगत साधु आउंदा सी उहदा बड़ा सत्कार करते, आए गए की सेवा करते सी भगत त्रिलोचन जी। तो इन्हों की जिहड़ी शब्द हैं गुरु ग्रंथ साहिब दे विच ਉਹਦੇ ਵਿੱਚ ज़्यादातर भाषा मराठी का प्रभाव ज़्यादा है। तो इन्होंने अपने जो शब्दों के गल की है कि भाई जिहड़ा जन्म है ना उन्होंने कौडियां के बदले ना गवा ली, तेरा जीवन बड़ा अमोलक है भाई, अपने जीवन को कौडियां के बदले तू ना खराब कर। एक साखी बड़ी सोहनी इन्होंने जीवन के प्रचलित है कि भगत त्रिलोचन जी संतां महापुरुषों की सेवा करते थक जाया करते सन। संत महापुरुष इन्हों के घर बहुत आते सन तो बड़ी सेवा करया करते, जल पानी भोजन छकाउंदे। तो एक दिन इन्होंने सोचा कि कोई नौकर रख लिया जाए। परमेश्वर अगे अरदास की, महाराज कोई नौकर जिहड़ा वो रखना है तो महाराज कोई चंगा जिहा नौकर ही आ जाए साडे घर। इन्नी गल कीती है तो कहते कि परमेश्वर जिहड़ा सी अकाल पुरख वो इन्हां दे घरे आ गया नौकर बन के। तो उन्हें कहा कि त्रिलोचन जी मैं तुहाडे घर नौकरी करांगा। तो अपना नाम दसिया अंतरजामी नौकर ने कि मेरा नाम जो है वो अंतरजामी है, तो मैं तुहाडे घर नौकरी करांगा, आए गए की सेवा करांगा, भावें जिन्ने मर्जी साधु आ जाण, जिन्नी मर्जी गिनती हो जाए, मैं आण के वो सेवा करांगा, उन्हां दी रोटी पानी छकावांगा। पर हर रोज़ मैं 5-7 सेर जिहड़ा भोजन छकिया करना, हर रोज़ 5-7 सेर भोजन जिहड़ा मैं छकिया करना। तो जिस दिन मैनू ये किसी ने टोक दिता इस लंगर छकन तो, प्रशादा पानी छकन तो, 5-7 शेर बहुत हुंदा, तो जिस दिन मैनू किसी ने रोक दिता तो उस दिन मैं काम छड्ड के चला जाना, तो होर मैं कुछ नहीं लैना। तो गल पक्की हो गई। भगत त्रिलोचन जी की पत्नी तो आप आए गए नूं बुलाया करते, तो ये जिहड़ा नौकर सी अंतरजामी ये सारियां दी सेवा करदा, बड़ा चंगा जिहड़ा काम चल पिया। ये आए गए की सेवा करते रल के, नौकर रोटियां प्रशादे बना दिंदा, तो आप जिहड़ा सी 5-7 सेर नौकर अंतरजामी जिहड़ा सी खाण लग पिया। फिर एक दिन जिहड़ा भगत त्रिलोचन जी की गवांढण पुछदी है कि भाई तुहाडा जिहड़ा नौकर सेवा बड़ी करता, तो भगत त्रिलोचन ने कहा हाँ सेवा तो बड़ी करता है, पर यह ना लंगर प्रशादा बहुत छकदा, 5-7 सेर लंगर प्रशादा छक जाता। तो हुण जदों ये गल नौकर वाहिगुरू गवांढण नाल कीती है तो ये जिहड़ा अंतरजामी सी इहनूं पता लग गया, क्योंकि अंतर दी जानण वाला परमेश्वर आप आया सी। जदों उहनूं पता लगा तो वह नौकरी छड्ड के चुपचाप चला गया। फिर उस तो बाद भगत त्रिलोचन जी ने कहते मन च बड़ा पछतावा किया कि महाराज मैं तो तुहानूं पछाण ही नहीं सकिया, तुसीं वाकई मन दियां जानण वाले सी, तुसीं एक बारी भी नहीं सोचिया, तुसीं महाराज मैनूं दस ते दिंदे, बड़ा पछतावा किया। फिर इन्हां ने परमेश्वर बारे जिहड़ा है
ਚੰਗੀ ਤਰ੍ਹਾਂ ਸਮਝਾਇਆ। ਬੜੇ ਸਾਧੂ ਸੰਤ ਇਹਨਾਂ ਦੇ ਕੋਲ ਆਉਂਦੇ ਸੀ। ਇਹਨਾਂ ਦੇ 4 ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਭਗਤ ਤ੍ਰਿਲੋਚਨ ਜੀ ਦੇ ਭਗਤ ਤ੍ਰਿਲੋਚਨ ਜੀ ਦੇ 4 ਸ਼ਬਦ ਵੱਖ-ਵੱਖ ਰਾਗਾਂ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ। ਉਹ ਕਿਹੜੇ-ਕਿਹੜੇ ਹਨ ਤੇ ਫਿਰ ਆਪਾਂ ਉਹਨਾਂ ਦੇ ਬਾਰੇ ਜਾਣਕਾਰੀ ਲੈਂਦੇ ਹਾਂ। ਸੋ ਬਸੰਤ ਰਾਗ ਦੇ ਵਿੱਚ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਹੈ। ਭਗਤ ਜੈਦੇਵ ਜੀ ਦੇ ਜਿਹੜੇ ਆ ਇੱਕ ਗੁਇਜੀ ਰਾਗ ਦੇ ਵਿੱਚ ਤੇ ਇੱਕ ਮਾਰੂ ਰਾਗ ਦੇ ਵਿੱਚ ਸ਼ਬਦ ਹੈ। ਭਗਤ ਤ੍ਰਿਲੋਚਨ ਜੀ ਦਾ ਇੱਕ ਸ਼ਬਦ ਸ੍ਰੀ ਰਾਗ ਦੇ ਵਿੱਚ ਹੈ ਤੇ ਗੁਜਰੀ ਰਾਗ ਦੇ ਵਿੱਚ 2 ਸ਼ਬਦ ਹਨ। ਧਨਾਸਰੀ ਰਾਗ ਦੇ ਵਿੱਚ ਇੱਕ ਸ਼ਬਦ ਹੈ। ਤੇ ਕੁੱਲ ਗਿਣਤੀ ਜਿਹੜੀ ਹੈ ਉਹ 4 ਬਣਦੀ ਹੈ। 4 ਇਹਨਾਂ ਦੀ ਕੁੱਲ ਗਿਣਤੀ ਬਣਦੀ ਹੈ। ਉਹ ਕਿਹੜੇ-ਕਿਹੜੇ ਸ਼ਬਦ ਹਨ ਉਹ ਆਪਾਂ ਥੋੜਾ ਜਿਹਾ ਵੇਖ ਲਈਏ। ਪਹਿਲਾ ਸ਼ਬਦ ਹੈ ਸ੍ਰੀ ਰਾਗ ਤ੍ਰਿਲੋਚਨ ਕਾ। ਸ਼ਬਦ ਵੱਡਾ ਹੈ, ਮੈਂ ਆਰੰਭ ਹੀ ਪਹਿਲਾ ਪਦਾ ਤੁਹਾਨੂੰ ਸੁਣਾ ਦਿੰਦਾ ਤੇ ਕਿਉਂਕਿ ਫਿਰ ਸਮਾਂ ਜ਼ਿਆਦਾ ਹੋ ਜਾਏਗਾ। ਤੇ ਆਪ ਜੀ ਨੇ ਸਰਚ ਮਾਰ ਕੇ ਇਹਨਾਂ ਸ਼ਬਦਾਂ ਨੂੰ ਪੜ੍ਹਨ ਦਾ ਜ਼ਰੂਰ ਖੇਚਲ ਕਰਨੀ, ਕਿਉਂਕਿ ਮੋਬਾਈਲ ਦੇ ਉੱਪਰ ਅੱਜ ਕੱਲ੍ਹ ਸਰਚ ਵੱਜ ਜਾਂਦੀ ਹੈ। ਮਾਇਆ ਮੋਹ ਮਨ ਆਗਰੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ ਜਿਉ, ਪਰ ਘਰ ਜੋ ਹੈ ਕਪਟ ਨਰਾ, ਦੂੜਾ ਆਇਓ ਹੈ ਜਮੈ ਤਣਾ, ਤਿਨ ਆਗਰੜ ਹੈ ਮੈਂ ਰਹਿਣ न जाए, कोई साजन आए कहे, मिल मेरे बीटला मैं बाड़ी बलाए, मिल मेरे रमैया मैं लेह छड़ाए। सो रहाओ, इथों रहाओ का बंद आप विचारीए। वो कहती है कि हे परमेश्वर बाड़ी बलाए होंदा कि बावां खड़ियां करके, मिल मेरे बीटला मैं बाड़ी बलाए, मैं अपनी दोवें बावां खड़ियां करके तेनों याद करदा। बीटल परमेश्वर, मिल मेरे रमैया मैं लेह छड़ाए, कि मैनू मिल ते मैनू इस संसार भाव सागर तो तार लै, मैनू बचा लै। तो इस तरह ये जिमें प्रवेशक शब्द आया तो होर शब्द जोड़े आए आ उन्होंने तो इन्हों का महाराष्ट्र के होना वो बयान करता कि ये महाराष्ट्र के सन। अगले शब्द के इन्होंने की दसिया है, श्री राग गुजरी श्री तलोचन जियो के पदे घर पहला, एक ओंकार सतगुर प्रसाद, अंतर मल निर्मल नहीं कीना, बाहर भेक उदासी, हृदय कमल घट ब्रह्म न चीना, काहे भया सन्यासी, भरमे भूली रे जय चंदा, नहीं चीनिया परमानंदा। रहा घर घर खाया पिंड बधाया, खिंथा मुंदा माया, भूम मसान की पसम लगाई, गुरबिन तत न पाया, काए जपोरे काए तपोरे काए बलोब पानी। और ये शब्द जोड़ा है ना ये ज़्यादा ਵਰਤਿਆ ਜਾਂਦਾ ਹੈ ਮਹਾਰਾਸ਼ਟਰ ਦੇ ਵਿੱਚ, ਤਾਂ ਇਹਨਾਂ ਨੂੰ ਮਹਾਰਾਸ਼ਟਰ ਦਾ ਭਗਤ ਕਿਹਾ ਜਾਂਦਾ ਹੈ। ਕਾਏ ਜਪੋਰੇ ਕਾਏ ਤਪੋਰੇ ਕਾਏ ਬਲੋਵ ਪਾਣੀ, ਲੱਖ 84 ਜਿਨੇ ਉਪਾਈ, ਸੋ ਸਿਮਰੋ ਨਿਰਬਾਣੀ, ਕਾਏ ਕਮੰਡਲ ਕਾਪੜਿਆਰੇ 68 ਕਾਏ ਫਿਰਾਹੀ, ਬਦ ਤ੍ਰਿਲੋਚਨ ਸੁਣ ਰੇ ਪ੍ਰਾਣੀ, ਕਣ ਬਿਨ ਗਾਓ ਕਿ ਪਾਹੀ। ਸੋ ਇਹਦੇ ਵਿੱਚ ਦੱਸਿਆ ਕਿ ਭਾਈ ਨਹੀਂ ਚੀਨਿਆ ਪਰਮਾਨੰਦਾ, ਪਰਮੇਸ਼ਰ ਨੂੰ ਕਿਉਂ ਨਹੀਂ ਚੀਨਦਾ ਫਿਰਦਾ, ਕਿਉਂ ਬਾਹਰ ਉਦਾਸੀਆਂ ਕਰਦਾ ਫਿਰਦਾ, क्यों भरमा दे विच भुलिया फिरदा। ये इन्होंने इस शब्द दे विच दसना कीता। सो अगला भी गुजरी राग का शब्द है। गुजरी अंतकाल जो लक्ष्मी सिमरै, ऐसी चिंता मैं जे मरै, सर्ब जोन वल वल अवतारे, अरी बाई गोबिंद नाम मत बिसरै। अरी बाई शब्द भी जिहड़ा आ वो ज़्यादा महाराष्ट्र च वरतिया जाता है। अरी बाई गोबिंद नाम मत बिसरै, रहाओ अंतकाल जो स्त्री सिमरै, ऐसी चिंता मैं जे मरै, बेसवा जोन वल वल अवतारे, अंतकाल जो लड़के सिमरे, ऐसी चिंता मैं जे मरै, सूकर जोन वल वल अवतरै, अंतकाल जो मंदिर सिमरै, ऐसी चिंता मैं जे मरै, प्रेत जोन वल वल अवतरै, अंतकाल नारायण सिमरै, ऐसी चिंता मैं जे मरै, बदित लोचन ते नरमुक्ता, पितंबर वाके हृदय वसे। कि आखिरी समय परमेश्वर ਨੂੰ ਜਿਹੜਾ ਸਿਮਰਦਾ ਹੈ ਉਸੇ ਤਰ੍ਹਾਂ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਪਰ ਜੇ ਕੋਈ ਵੱਖ-ਵੱਖ ਤਰੀਕਿਆਂ ਦੇ ਨਾਲ ਮਾਇਆ ਨੂੰ ਸਿਮਰਦਾ ਹੈ ਉਹਨੂੰ ਕੀ ਪ੍ਰਾਪਤ ਹੁੰਦਾ ਹੈ, ਕਿਹੜੀ ਜੋਨ ਪ੍ਰਾਪਤ ਹੁੰਦੀ ਆ, ਇਹ ਗੱਲ ਵੱਡੇ ਪੱਧਰ ਦੇ ਉੱਤੇ ਭਗਤ ਤ੍ਰਿਲੋਚਨ ਜੀ ਨੇ ਆਪਣੀ ਬਾਣੀ 'ਚ ਦੱਸੀ ਆ। ਤੇ ਅਸਲੀ ਗੱਲ ਕੀ ਆ, ਰੀ ਬਾਈ ਗੋਬਿੰਦ ਨਾਮ ਮਤ ਬਿਸਰੇ, ਕਿ ਪਰਮੇਸ਼ਰ ਦਾ ਨਾਮ ਜਿਹੜਾ ਉਹ ਚਿੱਤ 'ਚੋਂ ਨਾ ਭੁੱਲੇ। ਆ ਧਨਾਸਰੀ ਰਾਗ ਦਾ ਸ਼ਬਦ ਹੈ। ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ਇੱਕ ਓੰਕਾਰ ਸਤਿਗੁਰ ਪ੍ਰਸਾਦ, नारायण निंदस खाए भूली गवारी, दो किरत सुकिरत थारो करमरी। कि जो परमेश्वर ਨੂੰ ਕਿਉਂ ਭੁੱਲਦੀ ਫਿਰਦੀ ਆ ਗਵਾਰੀ ਮੂਰਖ, ਦੁਕਿਰਤ ਤੇ ਸੁਕਿਰਤ ਥਾਰੋ ਕਰਮਰੀ, ਦੁੱਖ ਤੇ ਸੁੱਖ ਜਿਹੜੀ ਆ ਉਹ ਤੇਰੇ ਕਰਮਾਂ ਦਾ ਕਰਕੇ ਹੈ। ਇਸ ਤਰ੍ਹਾਂ ਭਗਤ ਤ੍ਰਿਲੋਚਨ ਜੀ ਨੇ, ਕਿਉਂਕਿ ਸ਼ਬਦ ਵੱਡਾ ਹੈ, ਸਮਾਂ ਵਧੇਰੇ ਹੋ ਗਿਆ,
सो आप जी ने पढ़ लेना। संकरा मस्तक बसता सुरसरी इशनान रे, कुल जन मदे मिलियो सारक पान रे, कर्मकार कलंकम फीटसरी, विश्व का दीपक स्वामी, तांचे रे स्वार्थी, पंखी राय गरुड़ तांचे बांधवा, कर्मकार अरुण पिंगलारी। इस तरह इन्होंने ये शब्द उच्चारण किए है कि मनुख के दुख ਤੇ ਸੁੱਖਾਂ ਦਾ ਉਹਦੇ ਕਰਮਾਂ ਦਾ ਕਰਕੇ ਇਹਨੂੰ ਲੇਖਾ ਦੇਣਾ ਪੈਂਦਾ, ਤਾਂ ਉਹਨੂੰ ਦੁੱਖ ਸੁੱਖ ਆਉਂਦੇ ਆ। ਤੇ ਪਰਮੇਸ਼ਰ ਨੂੰ ਨਿੰਦਣ ਦੇ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ। ਪਰਮੇਸ਼ਰ ਨੂੰ ਮਾੜਾ ਕਹਿਣ ਦੇ ਨਾਲੋਂ ਆਪਣੇ ਕਰਮ ਜਿਹੜੇ ਆ ਉਹ ਸਵਾਰਨੇ ਮਨੁੱਖ ਨੂੰ ਚਾਹੀਦੇ। ਸੋ ਇਹ ਆਪਾਂ ਚਾਰ ਭਗਤਾਂ ਦਾ ਅੱਜ ਜ਼ਿਕਰ ਜਿਹੜਾ ਇਸ ਕਲਾਸ 'ਚ ਕੀਤਾ ਹੈ ਕਿ ਕਿਵੇਂ ਕਿਵੇਂ ਉਹਨਾਂ ਦਾ ਜੀਵਨ ਸੀ, ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ, ਕਿੰਨੀ ਕਿੰਨੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸੋ ਆਪ ਜੀ ਨੇ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬਾਕੀ ਭਗਤਾਂ ਦੀ ਗੱਲ ਆਪਾਂ ਕੱਲ ਦੀ ਕਲਾਸ 'ਚ ਕਰਾਂਗੇ। ਤੇ ਜੇ ਆਪ ਜੀ ਨੇ ਕੁਝ ਪੁੱਛਣਾ ਹੈ ਤੇ ਮਾਈਕ ਆਨ ਕਰਕੇ ਪੁੱਛ ਸਕਦੇ ਹੋ। ਹਾਂਜੀ ਵਾਹਿਗੁਰੂ। ਵਾਹਿਗੁਰੂ ਠੀਕ ਹੈ ਵਾਹਿਗੁਰੂ ਜੀ। ਕਰੀਏ ਸਮਾਪਤੀ। ਆਪ ਸਭ ਸੰਗਤ ਦਾ ਧੰਨਵਾਦ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।